वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 267। ਪੰਜਾਬ ਵਿੱਚ ਗ੍ਰਹਿ ਯੁੱਧ। 1946 ਤੱਕ ਖਿਜ਼ਰ ਹਯਾਤ ਖਾਂ, ਜਿਸ ਨੂੰ ਮੁਸਲਿਮ ਲੀਗ ਵਿੱਚੋਂ ਜੂਨ 1944 ਵਿੱਚ ਕੱਢ ਦਿੱਤਾ ਗਿਆ ਸੀ, ਯੂਨੀਨਿਸਟ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਤੇ ਦੂਸਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਥੋੜ੍ਹੀ ਜਿਹੀ ਬਹੁਗਿਣਤੀ ਕਾਰਨ ਤਲਵਾਰ ਦੀ ਧਾਰ 'ਤੇ ਹਕੂਮਤ ਚਲਾਉਣ ਦੇ ਯੋਗ ਹੋਇਆ। ਪਰੰਤੂ ਪੰਜਾਬ ਸਰਕਾਰ ਫਿਰਕੂ ਜਜ਼ਬਾਤ ਦੇ ਵੱਧ ਰਹੇ ਹੜ੍ਹ ਦੇ ਅੱਗੇ ਹਾਰੀ ਹੋਈ ਲੜਾਈ ਲੜ ਰਹੀ ਸੀ। 24 ਜਨਵਰੀ 1947 ਵਿੱਚ ਇਸ ਨੇ ਇੱਕ ਹੁਕਮ ਪਾਸ ਕਰ ਦਿੱਤਾ, ਜਿਸ ਅਨੁਸਾਰ ਹਿੰਦੂ, RSS, ਅਕਾਲੀ ਦਲ, ਮੁਸਲਿਮ ਲੀਗ ਦੇ ਨੈਸ਼ਨਲ ਗਾਰਡਾਂ ਦੀਆਂ ਨਿੱਜੀ ਸੇਵਾਵਾਂ 'ਤੇ ਪਾਬੰਦੀ ਲਾ ਦਿੱਤੀ ਗਈ। ਲੀਗ ਨੂੰ ਮੌਕਾ ਮਿਲ ਗਿਆ ਤੇ ਉਸ ਨੇ ਹੁਕਮ ਦੀ ਉਲੰਘਣਾ ਕਰਨ ਲਈ ਵਿਸ਼ਾਲ ਪ੍ਰਬੰਧ ਕਰ ਲਿਆ। ਕੁਝ ਦਿਨ ਮਗਰੋਂ ਪਾਬੰਦੀ ਹਟਾ ਲਈ ਗਈ ਤੇ ਉਲੰਘਣਾ ਦੇ ਦੋਸ਼ੀ ਮੁਸਲਿਮ ਨੇਤਾ ਰਿਹਾ ਕਰ ਦਿੱਤੇ ਗਏ। ਇਹ ਇੱਕ ਨਮੋਸ਼ੀ ਭਰਿਆ ਪਲਾਇਨ ਸੀ, ਜਿਸ ਦਾ ਅੰਤ ਪੂਰਨ ਤੇ ਮੰਦਭਾਗੇ ਆਤਮ ਸਮਰਪਣ ਵਿੱਚ ਹੋਇਆ। 2 ਮਾਰਚ 1946 ਨੂੰ ਖਿਜ਼ਰ ਹਯਾਤ ਖਾਂ ਨੇ ਆਪਣੀ ਸਰਕਾਰ ਦਾ ਤਿਆਗ ਪੱਤਰ ਦੇ ਦਿੱਤਾ। ਲਾਹੌਰ ਵਿੱਚ ਪੰਜਾਬ ਵਿਧਾਨ ਸਭਾ ਦੇ ਭਵਨ ਦੇ ਬਾਹਰ ਬੜੀ ਖਲਬਲੀ ਤੇ ਭੜਕਾਹਟ ਸੀ। ਮਾਸਟਰ ਤਾਰਾ ਸਿੰਘ ਨੇ ਇਕੱਠੇ ਹੋਏ ਹਜੂਮ ਸਾਹਮਣੇ ਮਿਆਨ 'ਚੋਂ ਤਲਵਾਰ ਕੱਢੀ ਤੇ ਪਾਕਿਸਤਾਨ ਮੁਰਦਾਬਾਦ ਦਾ ਨਾਅਰਾ ਲਾਇਆ। 2 ਦਿਨ ਮਗਰੋਂ ਹਿੰਦੂ ਸਿੱਖ ਵਿਦਿਆਰਥੀਆਂ ਦੇ ਜਲੂਸ ਦੀ ਲਾਹੌਰ ਦੇ ਬਾਜ਼ਾਰਾਂ ਵਿੱਚ ਮੁਸਲਮਾਨਾਂ ਦੇ ਹਜੂਮ ਨਾਲ ਟੱਕਰ ਹੋਈ। ਰਾਜਧਾਨੀ ਵਿੱਚ ਫਸਾਦਾਂ ਦੀ ਖਬਰ ਅੰਮ੍ਰਿਤਸਰ, ਰਾਵਲਪਿੰਡੀ, ਗੁਜਰਾਤ, ਮੁਲਤਾਨ ਤੇ ਕੈਬਲਪੁਰ ਵਿੱਚ ਗੜਬੜ ਦਾ ਸੰਕੇਤ ਸੀ। ਮਾਰਚ ਦੇ ਫਸਾਦਾਂ ਦਾ ਸਭ ਤੋਂ ਵੱਧ ਸ਼ਿਕਾਰ ਸਿੱਖ ਹੀ ਬਣੇ। ਚੋਰੀ ਨਾਲ ਕਾਤਲਾਨਾ ਹਮਲਾ ਕਰਨਾ, ਤੇਜ਼ੀ ਨਾਲ ਸ਼ਿਕਾਰ ਦੇ ਛੁਰਾ ਮਾਰ ਕੇ ਦੌੜਨ ਦਾ ਇਹੋ ਕਾਰਨ ਹੋ ਸਕਦਾ ਸੀ ਕਿ ਸਿੱਖ ਦੀ ਹਿੰਦੂ ਜਾਂ ਮੁਸਲਮਾਨਾਂ ਨਾਲੋਂ ਪਛਾਣ ਕਰਨੀ ਸੌਖੀ ਹੁੰਦੀ ਸੀ, ਕਿਉਂਕਿ ਜੇ ਹਿੰਦੂ ਜਾਂ ਮੁਸਲਮਾਨ ਆਪਣੇ ਖਾਸ ਲਿਬਾਸ ਵਿੱਚ ਨਾ ਹੋਣ ਤਾਂ ਉਹਨਾਂ ਨੂੰ ਤਾਂ ਇਹ ਵੇਖਣ ਲਈ ਨੰਗਿਆ ਕਰਨਾ ਪੈਂਦਾ ਸੀ ਕਿ ਉਹਦੀ ਸੁੰਨਤ ਹੋਈ ਹੈ ਜਾਂ ਨਹੀਂ, ਤੇ ਫਿਰ ਹੀ ਉਹਦੇ ਬਾਰੇ ਕੋਈ ਕਦਮ ਉਠਾਇਆ ਜਾ ਸਕਦਾ ਸੀ। ਸਿੱਖਾਂ ਨੂੰ ਬਹੁਤ ਬੁਰੀ ਮਾਰ ਪਈ। ਰਾਵਲਪਿੰਡੀ ਜ਼ਿਲ੍ਹੇ ਦਾ ਸਿੱਖ ਪਿੰਡ ਘਹੂਟਾ ਤਬਾਹੀ ਦੀ ਸਭ ਤੋਂ ਭੈੜੀ ਮਿਸਾਲ ਸੀ। ਲਾਰਡ ਮਾਊਂਟਬੈਟਨ ਨੇ ਆਪਣੇ ਦਲ ਨਾਲ ਇਸ ਦਾ ਅਪ੍ਰੈਲ ਵਿੱਚ ਦੌਰਾ ਕੀਤਾ। ਉਸ ਦਾ ਪ੍ਰੈਸ ਅਧਿਕਾਰੀ ਲਿਖਦਾ ਹੈ, ਮਲਬੇ ਦੇ ਢੇਰ 'ਚੋਂ ਲੰਘਦੇ ਸਮੇਂ ਅਸੀਂ ਵੇਖਿਆ ਕਿ ਤਬਾਹੀ ਇਤਨੀ ਮੁਕੰਮਲ ਸੀ ਜਿਵੇਂ ਜੰਗ ਸਮੇਂ ਬੰਬਾਂ ਦਾ ਮੀਂਹ ਵਰ੍ਹਿਆ ਹੋਵੇ। ਇਹ ਸੰਪਰਦਾਇਕ ਦੰਗੇ, ਜਿਸ ਵਿੱਚ ਸਿੱਖਾਂ ਦੀ ਤੇ ਉਹਨਾਂ ਦੀ ਰੋਜੀ ਰੋਟੀ ਵੀ ਮੁਸਲਮਾਨਾਂ ਹੱਥੋਂ ਭਿਆਨਕ ਤਬਾਹੀ ਹੋਈ ਤੇ ਹਮਲਾ ਕਰਨ ਵਾਲਿਆਂ ਦੀ ਪੈੜ ਕੱਢਣੀ ਬੜੀ ਔਖੀ ਹੋ ਰਹੀ ਸੀ। ਉਸ ਖੇਤਰ ਦੇ ਮੁਸਲਮਾਨ ਆਪਣੇ ਆਪ ਵਿੱਚ ਬਹੁਤ ਖੁਸ਼ ਸਨ। 6 ਮਾਰਚ 1947 ਉੱਜਲ ਸਿੰਘ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧ ਮੰਡਲ ਗਵਰਨਰ ਸਰਾਂ ਐਵਿਨ ਜੈਨਕਿਸਨ ਨੂੰ ਮਿਲਿਆ ਤੇ ਉਸ ਤੋਂ ਸ਼ਹਿਰੀ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਲਈ ਕਸਬਿਆਂ ਤੇ ਸ਼ਹਿਰਾਂ ਵਿੱਚ ਫੌਜ ਦੀ ਨਿਯੁਕਤੀ ਦੀ ਮੰਗ ਕੀਤੀ। 12 ਅਪ੍ਰੈਲ 1947 ਨੂੰ ਭੀਮ ਸੈਨ ਸੱਚਰ ਤੇ ਸਵਰਨ ਸਿੰਘ ਨੇ 2 ਵੱਖ-ਵੱਖ ਮੰਤਰੀ ਮੰਡਲ ਬਣਾ ਕੇ ਪੰਜਾਬ ਦੀ ਵੰਡ ਮੁਸਲਮਾਨਾਂ ਤੇ ਗੈਰ ਮੁਸਲਮਾਨ ਖੇਤਰਾਂ ਵਿੱਚ ਕਰਨ ਦੀ ਮੰਗ ਕੀਤੀ। ਮਾਰਚ ਦੇ ਫਸਾਦਾਂ ਨੇ ਸਾਬਿਤ ਕਰ ਦਿੱਤਾ ਕਿ ਅਕਾਲੀ ਦਲ, ਅਕਾਲ ਫੌਜ ਜਾਂ ਅਕਾਲ ਸੈਨਾਵਾਂ ਜਿਹੀਆਂ ਕਥਿਤ ਸੈਨਾਵਾਂ ਕਾਗਜ਼ੀ ਸੰਸਥਾਵਾਂ ਹਨ ਤੇ ਉਹਨਾਂ ਦੇ ਨੇਤਾ ਕਾਗਜ਼ੀ ਸ਼ੇਰ ਸਨ। ਇਸ ਮਾਰ ਧਾੜ ਵਿੱਚ ਪੁਲਿਸ ਦਾ ਸੰਪਰਦਾਇਕ ਝੁਕਾਅ ਇੱਕ ਖਾਸ ਕਾਰਨ ਸੀ। ਪੰਜਾਬ ਪੁਲਿਸ ਦਾ 74% ਹਿੱਸਾ ਮੁਸਲਮਾਨ ਸਨ। ਇਹਨਾਂ ਨਿਯਮਿਤ ਪੁਲਸੀਆਂ ਤੋਂ ਬਿਨਾਂ ਜੰਗ ਦੇ ਮੁੱਢਲੇ ਸਾਲਾਂ ਵਿੱਚ ਸਿਕੰਦਰ ਹਯਾਤ ਖਾਂ ਵੱਲੋਂ ਕਾਇਮ ਕੀਤੀ 6000 ਪੁਲਿਸ ਵੱਖਰੀ ਸੀ। ਇਹ ਵਧੀਕ ਪੁਲਿਸ ਜ਼ਿਆਦਾ ਕਰਕੇ ਮੁਸਲਮਾਨਾਂ ਦੀ ਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਸ਼ੱਕ ਸੀ ਕਿ ਇਹ ਪਾਕਿਸਤਾਨ ਵਾਸਤੇ ਫੌਜ ਦਾ ਮੁੱਢ ਸੀ।
ਇਹ ਫਸਾਦ ਸਿੱਖਾਂ ਲਈ ਸਖਤ ਉਤੇਜਨਾ ਸੀ। ਜੋ ਭੈ ਉਹਨਾਂ ਦੇ ਨਾਮ ਨਾਲ ਜੁੜਿਆ ਸੀ ਖਤਮ ਹੋ ਚੁੱਕਿਆ ਸੀ। ਉਹਨਾਂ ਦੀ ਜੁਝਾਰੂ ਤੇ ਜੰਗਜੂ ਵੀਰਤਾ ਪਤਨ ਉਨਮੁਖ ਤੇ ਨਿਗਰੀ ਹੋਈ ਜਾਤੀ ਦੀ ਅਤਕਥਨੀ ਹੀ ਸੀ। ਇਸ ਅਪਮਾਨ ਨੇ ਸਿੱਖ ਮਨਾਂ ਵਿੱਚ ਮੁਸਲਮਾਨਾਂ ਦੇ ਵਿਰੁੱਧ ਕਠੋਰਤਾ ਭਰ ਦਿੱਤੀ। ਉਹ ਹੁਣ ਸਮਝੌਤੇ ਦੀ ਥਾਂ ਬਦਲਾ ਲੈਣ ਦੇ ਰੌ ਵਿੱਚ ਸਨ। ਮੁੱਖ ਸਕੱਤਰ ਦੀ ਰਿਪੋਰਟ ਅਨੁਸਾਰ ਸਿੱਖ ਇਸ ਸੰਪਰਦਾਇਕ ਸਮੱਸਿਆ ਦੇ ਹੱਲ ਲਈ ਵੰਡ ਤੋਂ ਘੱਟ ਰਤਾ ਵੀ ਕਿਸੇ ਚੀਜ਼ ਲਈ ਤਿਆਰ ਨਹੀਂ ਸਨ ਤੇ ਉਹ ਝਗੜੇ ਬਖੇੜੇ ਲਈ ਆਪਣੇ ਆਪ ਨੂੰ ਜਥੇਬੰਦ ਕਰ ਰਹੇ ਸਨ। ਇਸ ਰਿਪੋਰਟ ਵਿੱਚ ਅੱਗੇ ਲਿਖਿਆ ਸੀ, ਉਹਨਾਂ ਦੀ ਯੋਜਨਾ ਵਿੱਚ ਸਾਰਾ ਪੰਜਾਬ ਸ਼ਾਮਿਲ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਸਿੱਖ ਰਿਆਸਤਾਂ ਵੀ ਸ਼ਾਮਿਲ ਹਨ। ਸਿੱਖਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ। ਜੋ ਪਹਿਲਾਂ ਹਥਿਆਰਬੰਦ ਨਹੀਂ ਹਨ ਉਹਨਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ। ਉਹਨਾਂ ਵਿੱਚ ਮੌਖਿਕ ਤੇ ਲਿਖਤੀ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾਂ ਨੂੰ ਸੋਚੇ ਸਮਝੇ ਢੰਗ ਨਾਲ ਮੁਸਲਮਾਨਾਂ ਪ੍ਰਤੀ ਉਹਨਾਂ ਦੀ ਨਫ਼ਰਤ ਨੂੰ ਮੁਸਲਮਾਨਾਂ ਹੱਥੋਂ ਉਹਨਾਂ ਦੇ ਸਹਿਧਰਮੀਆਂ ਉੱਪਰ ਹੋਏ ਜ਼ੁਲਮਾਂ ਦੀਆਂ ਕਹਾਣੀਆਂ ਸੁਣਾ ਕੇ ਵਧਾਇਆ ਜਾ ਰਿਹਾ ਹੈ। ਸਿੱਖਾਂ ਬਾਰੇ ਮਹੱਤਵਪੂਰਨ ਸਵਾਲ ਇਹ ਨਹੀਂ ਕਿ ਉਹ ਜੇ ਲੜਨਗੇ ਤੇ ਕਦੋਂ ਲੜਨਗੇ। ਸਵਾਲ ਇਹ ਹੈ ਕਿ ਸਿੱਖ ਨੇਤਾ ਕਿਵੇਂ ਉਹ ਕਰ ਰਹੇ ਹਨ। ਉਹ ਆਪਣੇ ਅਨੁਯਾਈਆਂ ਨੂੰ ਕਾਬੂ ਹੇਠ ਰੱਖ ਕੇ ਅਨੁਸ਼ਾਸਨ ਰੱਖ ਸਕਣਗੇ। 13 ਅਪ੍ਰੈਲ 1947 ਦੀ ਵਿਸਾਖੀ ਨੂੰ ਤਾਰਾ ਸਿੰਘ ਤੇ 280 ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਤੇ ਪ੍ਰਤਿੱਗਿਆ ਕੀਤੀ ਕਿ ਉਹ ਆਪਣੇ ਫਿਰਕੇ ਲਈ ਜਾਨਾਂ ਵਾਰ ਦੇਣਗੇ। ਉਸ ਦਿਨ ਤੋਂ ਸਿੱਖਾਂ ਨੇ ਸ਼ਹਿਰੀ ਤੇ ਪਿੰਡਾਂ ਵਿੱਚ ਬੇਜਾਨ ਹੋਏ ਜਥਿਆਂ ਨੂੰ ਕਿਰਿਆਸ਼ੀਲ ਕਰਕੇ ਉਹਨਾਂ ਨੂੰ ਕਿਰਪਾਨਾਂ ਤੇ ਜੇ ਸੰਭਵ ਹੋ ਸਕਿਆ ਬੰਦੂਕਾਂ ਨਾਲ ਲੈਸ ਕੀਤਾ। ਅਚਾਨਕ ਹੀ ਨਿਹੰਗਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ। RSS ਤੇ ਸਿੱਖ ਰਿਆਸਤਾਂ ਨਾਲ ਸੰਪਰਕ ਕਾਇਮ ਕੀਤਾ ਗਿਆ। ਹਰਿਮੰਦਰ ਸਾਹਿਬ ਤੇ ਦੂਸਰੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਆਜ਼ਾਦ ਹਿੰਦ ਫੌਜ ਦੇ ਮੈਂਬਰ ਭਰਤੀ ਕੀਤੇ ਗਏ। 50 ਲੱਖ ਰੁਪਇਆ ਰੱਖਿਆ ਫੰਡ ਇਕੱਠਾ ਕਰਨ ਲਈ ਮੁਹਿੰਮ ਚਲਾਈ ਗਈ। 22 ਮਾਰਚ 1947 ਨੂੰ ਲਾਰਡ ਮਾਊਂਟਬੈਟਨ ਨੇ ਲਾਰਡ ਵੇਵਲ ਤੋਂ ਵਾਇਸਰਾਏ ਵਜੋਂ ਕਾਰਜਭਾਗ ਸੰਭਾਲ ਲਿਆ। ਉਸਦਾ ਕਾਰਜ ਬਰਤਾਨਵੀ ਹੱਥਾਂ 'ਚੋਂ ਜਿੰਨੀ ਜਲਦੀ ਸੰਭਵ ਹੋ ਸਕੇ ਤਾਕਤ ਭਾਰਤੀ ਹੱਥਾਂ ਵਿੱਚ ਸੌਂਪਣੀ ਸੀ। ਉਸਨੇ ਆਪਣਾ ਕੰਮ ਵੱਖ-ਵੱਖ ਦਲਾਂ ਦੇ ਨੇਤਾਵਾਂ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਵੱਖ-ਵੱਖ ਉਪਾਵਾਂ ਬਾਰੇ ਜਾਣ ਕੇ ਕੀ ਉਹ ਸੰਯੁਕਤ ਭਾਰਤ ਦੇ ਹੱਕ ਵਿੱਚ ਹਨ ਜਾਂ ਪਾਕਿਸਤਾਨ ਚਾਹੁੰਦੇ ਹਨ ਸ਼ੁਰੂ ਕਰ ਦਿੱਤਾ। ਉਸਨੇ ਪ੍ਰਾਂਤਿਕ ਗਵਰਨਰਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ। ਸਰ ਏਵਨਸ ਜੇਨਕਿੰਸ ਨੇ ਉਸ ਨੂੰ ਸੁਚੇਤ ਕੀਤਾ ਕਿ ਫਿਰਕਾ ਪ੍ਰਸਤੀ ਦੇ ਆਧਾਰ ਤੇ ਪੰਜਾਬ ਦੀ ਵੰਡ ਤਬਾਹਕੁਨ ਹੋਵੇਗੀ ਕਿਉਂਕਿ ਹਰ ਜ਼ਿਲ੍ਹੇ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ ਬਹੁਤ ਚੰਗੀ ਤਰ੍ਹਾਂ ਮਿਸ਼ਰਿਤ ਹਨ। ਪਰੰਤੂ ਮੁਲਕ ਵਿੱਚ ਆਮ ਲੋਕ ਵੰਡ ਦੇ ਹੱਕ ਵਿੱਚ ਸਨ। ਕੇਂਦਰੀ ਵਿਧਾਨ ਮੰਡਲ, ਪੰਜਾਬ ਅਸੈਂਬਲੀ ਤੇ ਕਾਨੂੰਨ ਸਾਜ਼ ਅਸੈਂਬਲੀ ਦੇ ਸਿੱਖ ਤੇ ਹਿੰਦੂ ਮੈਂਬਰ ਦਿੱਲੀ ਵਿੱਚ ਇਕੱਠੇ ਹੋਏ ਤੇ ਉਹਨਾਂ ਨੇ ਪੰਜਾਬ ਦੀ ਵੰਡ ਵਸੋਂ ਤੇ ਜਾਇਦਾਦ ਦੇ ਆਧਾਰ ਤੇ ਨਿਆਂਪੂਰਵਕ ਤੇ ਉਚਿਤ ਢੰਗ ਨਾਲ ਕਰਨ ਦਾ ਮਤਾ ਪਾਸ ਕਰ ਦਿੱਤਾ। ਅਕਾਲੀਆਂ ਤੇ ਕਮਿਊਨਿਸਟਾਂ, ਜੋ ਪਾਕਿਸਤਾਨ ਦੇ ਸਮਰਥਕ ਸਨ, ਨੇ ਸਿੱਖ ਰਾਜ ਖਾਲਿਸਤਾਨ ਦਾ ਦਾਅਵਾ ਪੇਸ਼ ਕਰ ਦਿੱਤਾ। ਲਾਰਡ ਮਾਊਂਟਬੈਟਨ ਆਪਣੀ ਸਰਕਾਰ ਨੂੰ ਸਥਿਤੀ ਤੋਂ ਜਾਣੂ ਕਰਾਉਣ ਲਈ ਤੇ ਆਪਣੇ ਲਈ ਨਵਾਂ ਆਦੇਸ਼ ਲੈਣ ਲਈ ਇੰਗਲੈਂਡ ਮੁੜ ਗਿਆ। ਬਰਤਾਨਵੀ ਸਰਕਾਰ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਤੇ ਕਿਹਾ ਕਿ ਜੇ ਭਾਰਤੀਆਂ ਦੀ ਇਹੋ ਇੱਛਾ ਹੈ ਤਾਂ ਦੇਸ਼ ਦੀ ਵੰਡ ਕਰ ਦਿੱਤੀ ਜਾਵੇਗੀ। ਪੰਜਾਬ ਤੇ ਬੰਗਾਲ ਵਿੱਚ ਇਸ ਵਿਧੀ ਦੀ ਸਿਫਾਰਿਸ਼ ਕੀਤੀ ਗਈ ਕਿ ਉਹਨਾਂ ਦੀਆਂ ਸੰਬੰਧਿਤ ਵਿਧਾਨ ਸਭਾਵਾਂ ਨੂੰ 2 ਭਾਗਾਂ ਵਿੱਚ ਵੰਡ ਦਿੱਤਾ ਜਾਵੇ, ਇੱਕ ਵਿੱਚ ਮੁਸਲਿਮ ਬਹੁਗਿਣਤੀ ਦੇ ਜ਼ਿਲ੍ਹੇ ਹੋਣ ਤੇ ਦੂਸਰੇ ਲੋਕਾਂ ਲਈ ਬਾਕੀ ਦਾ ਪ੍ਰਾਂਤ। ਹਰ ਭਾਗ ਵੰਡ ਦੇ ਹੱਕ ਜਾਂ ਵਿਰੁੱਧ ਵਿੱਚ ਵੋਟ ਪਾਵੇਗਾ। ਜੇ ਕਿਸੇ ਭਾਗ ਨੇ ਵੀ ਵੰਡ ਦੇ ਹੱਕ ਵਿੱਚ ਵੋਟ ਪਾਈ ਤਾਂ ਹੱਦਬੰਦੀ ਲਈ ਕਮਿਸ਼ਨ ਕਾਇਮ ਕਰ ਦਿੱਤਾ ਜਾਵੇਗਾ। ਲਾਰਡ ਮਾਊਂਟਬੈਟਨ ਨੇ ਭਾਰਤ ਆ ਕੇ ਭਾਰਤੀ ਨੇਤਾਵਾਂ ਸਾਹਮਣੇ ਵੰਡ ਬਾਰੇ ਵੋਟਾਂ ਪਵਾਉਣ ਦੀ ਯੋਜਨਾ ਰੱਖੀ। ਉਸਨੇ ਆਪਣੇ
ਪ੍ਰਾਰੰਭਕ ਭਾਸ਼ਣ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਖਾਸ ਸੰਕੇਤ ਦਿੱਤਾ, ਜਿਨ੍ਹਾਂ ਦੇ ਭਵਿੱਖ ਬਾਰੇ ਲਾਰਡ ਮਾਊਂਟਬੈਟਨ ਅਨੁਸਾਰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਬਹੁਤ ਚਿੰਤਾ ਸੀ। ਸਿੱਖਾਂ ਦੀ ਸਥਿਤੀ ਨੇ ਬਰਤਾਨੀਆ ਦੇ ਪਾਰਲੀਮੈਂਟ ਮੈਂਬਰਾਂ ਵਿੱਚ ਹਮਦਰਦੀ ਪੈਦਾ ਕਰ ਦਿੱਤੀ। R.A. ਬਟਲਰ ਨੇ ਹਾਊਸ ਆਫ ਕਾਮਨਜ਼ ਵਿੱਚ ਕਿਹਾ, ਅੰਗਰੇਜ਼ਾਂ ਦੇ ਸਿੱਖਾਂ ਨਾਲ ਅਤਿਅੰਤ ਖੁਸ਼ਗਵਾਰ ਸੰਬੰਧ ਰਹੇ ਹਨ ਤੇ ਸੰਸਾਰ ਦੀਆਂ ਸਭ ਬਹਾਦਰ ਕੌਮਾਂ 'ਚੋਂ ਸ਼ਾਇਦ ਉਹਨਾਂ ਦੀ ਪ੍ਰਸਿੱਧੀ ਸਭ ਤੋਂ ਵਧੇਰੇ ਹੈ। ਇੱਕੋ ਇੱਕ ਢੰਗ ਜਿਸ ਨਾਲ ਉਹਨਾਂ ਦੀ ਸਥਿਤੀ ਸੁਧਾਰੀ ਜਾ ਸਕਦੀ ਹੈ, ਉਹ ਇਹ ਹੈ ਕਿ ਹੱਦਬੰਦੀ ਕਮਿਸ਼ਨ ਸਿੱਖਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਇੱਕ ਸਮੂਹ ਵਿੱਚ ਸੰਗ੍ਰਹਿਤ ਕਰ ਦੇਵੇ। ਵਾਇਸਰਾਏ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਤੇ ਉਸ ਨੇ ਕਈ ਵਾਰ ਸਿੱਖ ਨੇਤਾਵਾਂ ਨੂੰ ਪੁੱਛਿਆ ਹੈ ਕਿ ਉਹ ਸੱਚਮੁੱਚ ਹੀ ਭਾਰਤ ਦੀ ਵੰਡ ਚਾਹੁੰਦੇ ਹਨ, ਜਿਸ ਨਾਲ ਨਿਸ਼ਚਿਤ ਤੌਰ 'ਤੇ ਸਿੱਖ ਵਸੋਂ 2 ਹਿੱਸਿਆਂ ਵਿੱਚ ਵੰਡੀ ਜਾਏਗੀ, ਤੇ ਹਰ ਇੱਕ ਨੇਤਾ ਨੇ ਇਸ ਗੱਲ ਦਾ ਵਿਸ਼ਵਾਸ ਦਿੱਤਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿਣ ਨਾਲੋਂ ਪੰਜਾਬ ਦੀ ਵੰਡ ਨੂੰ ਤਰਜੀਹ ਦੇਣਗੇ। ਕਾਂਗਰਸ ਤੇ ਮੁਸਲਿਮ ਲੀਗ ਤਾਂ ਸਿਧਾਂਤਕ ਰੂਪ ਵਿੱਚ ਤਜਵੀਜ਼ਾਂ ਨਾਲ ਸਹਿਮਤ ਹੋ ਗਈਆਂ। ਬਲਦੇਵ ਸਿੰਘ ਦੇ ਵਿਚਾਰ ਉਸ ਨੇ ਪਹਿਲਾਂ ਹੀ ਜਾਣ ਲਏ ਸਨ। ਹੁਣ ਤਾਂ ਉਸ ਨੇ ਇਹੋ ਕਹਿਣਾ ਸੀ ਕਿ ਹੱਦਬੰਦੀ ਕਮਿਸ਼ਨ ਦੀਆਂ ਸ਼ਰਤਾਂ ਤਿਆਰ ਕਰਦੇ ਸਮੇਂ ਸਿੱਖਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਸਿੱਖ ਨੇਤਾ ਨਿਰੰਤਰ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। 2 ਜੂਨ 1947 ਨੂੰ ਦਿੱਲੀ ਵਿੱਚ ਅਕਾਲੀ ਦਲ ਦੀ ਕਾਰਜਕਾਰਨੀ ਦੀ ਇਕੱਤਰਤਾ ਹੋਈ। ਇਸ ਵਿੱਚ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਅਮਰ ਸਿੰਘ ਦੁਸਾਂਝ, ਪ੍ਰੀਤਮ ਸਿੰਘ ਗੋਜਰਾ, ਮੰਗਲ ਸਿੰਘ ਗਿੱਲ, ਸਵਰਨ ਸਿੰਘ, ਉੱਜਲ ਸਿੰਘ ਤੇ ਬਲਦੇਵ ਸਿੰਘ ਨੇ ਭਾਗ ਲਿਆ। ਬਲਦੇਵ ਸਿੰਘ ਨੇ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ। ਨੇਤਾਵਾਂ ਨੇ ਵੰਡ ਦੀ ਮੰਗ 'ਤੇ ਜ਼ੋਰ ਦਿੰਦਿਆਂ ਮਤਾ ਪਾਸ ਕੀਤਾ ਕਿ ਸਿੱਖਾਂ ਦੀ ਯਕਜਹਿਤੀ ਲਈ ਚਨਾਬ ਦਰਿਆ ਨੂੰ ਹੱਦ ਬਣਾਇਆ ਜਾਵੇ। ਉਹੋ ਜਿਹੀਆਂ ਮੀਟਿੰਗਾਂ ਲਾਹੌਰ ਵਿੱਚ ਵੀ ਬੁਲਾਈਆਂ ਗਈਆਂ। 3 ਜੂਨ ਦੀ ਰਾਤ ਨੂੰ ਵਾਇਸਰਾਏ ਨੇ ਸਿੱਖਾਂ ਦੀ ਤਕਦੀਰ ਬਾਰੇ ਬੜੀ ਭਾਵੁਕਤਾ ਨਾਲ ਪ੍ਰਸਾਰ ਵਿੱਚ ਜ਼ਿਕਰ ਕਰਦਿਆਂ ਕਿਹਾ, ਅਸੀਂ ਸਿੱਖਾਂ ਦੀ ਸਥਿਤੀ ਬਾਰੇ ਬੜੇ ਧਿਆਨ ਨਾਲ ਵਿਚਾਰ ਕੀਤੀ ਹੈ। ਇਹ ਬਹਾਦਰ ਫਿਰਕਾ ਪੰਜਾਬ ਦੀ ਵਸੋਂ ਦਾ 1/8 ਭਾਗ ਹੈ, ਪਰ ਇਹ ਇਸ ਤਰ੍ਹਾਂ ਖਿਲਰੇ ਹੋਏ ਹਨ ਕਿ ਕਿਸੇ ਤਰ੍ਹਾਂ ਵੀ ਇਸ ਪ੍ਰਾਂਤ ਦੀ ਵੰਡ ਕਰੀਏ ਉਹ ਵਿਭਾਜਿਤ ਹੋ ਜਾਣਗੇ। ਸਾਨੂੰ ਸਭ ਨੂੰ ਜੋ ਸਿੱਖ ਭਾਈਚਾਰੇ ਦੇ ਭਲੇ ਦੇ ਦਿਲੋਂ ਖਾਹਿਸ਼ਮੰਦ ਹਾਂ, ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਵੰਡ, ਜਿਸ ਦੀ ਉਹਨਾਂ ਆਪ ਮੰਗ ਕੀਤੀ ਹੈ, ਉਹਨਾਂ ਨੂੰ ਕਿਵੇਂ ਵੀ ਵਿਭਾਜਿਤ ਹੋਣ ਤੋਂ ਬਚਾ ਨਹੀਂ ਸਕਦੀ। ਇਹ ਹੱਦਬੰਦੀ ਕਮਿਸ਼ਨ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਹੱਦ ਤੱਕ ਵਿਭਾਜਿਤ ਹੁੰਦੇ ਹਨ, ਤੇ ਉਸ ਕਮਿਸ਼ਨ ਵਿੱਚ ਨਿਰਸੰਦੇਹ ਸਿੱਖਾਂ ਦੀ ਪ੍ਰਤੀਨਿਧਤਾ ਵੀ ਹੋਵੇਗੀ। ਅਗਲੇ ਦਿਨ ਉਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਇਸ ਯੋਜਨਾ ਦੀਆਂ 2 ਮੁੱਖ ਧਿਰਾਂ ਹਨ, ਕਾਂਗਰਸ ਤੇ ਮੁਸਲਿਮ ਲੀਗ, ਪਰ ਇੱਕ ਹੋਰ ਫਿਰਕਾ ਵੀ ਹੈ ਜਿਸ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਹੈ, ਪਰ ਉਸ ਦੀ ਮਹੱਤਤਾ ਬਹੁਤ ਅਧਿਕ ਹੈ। ਉਹ ਹਨ ਸਿੱਖ। ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਸਿੱਖ ਭਾਈਚਾਰੇ ਦੀ ਬੇਨਤੀ 'ਤੇ ਕਾਂਗਰਸ ਨੇ ਪੰਜਾਬ ਦੇ ਬਟਵਾਰੇ ਦਾ ਮਤਾ ਪੇਸ਼ ਕੀਤਾ ਹੈ, ਤੇ ਤੁਹਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਮਤੇ ਰਾਹੀਂ ਉਹਨਾਂ ਨੇ ਪੰਜਾਬ ਨੂੰ ਬਹੁਗਿਣਤੀ ਮੁਸਲਿਮ ਤੇ ਗੈਰ ਮੁਸਲਿਮ ਖੇਤਰਾਂ ਵਿਚਕਾਰ ਵੰਡੇ ਜਾਣ ਦੀ ਇੱਛਾ ਵਿਅਕਤ ਕੀਤੀ ਹੈ। ਇਸ ਲਈ ਉਸ ਮਤੇ ਅਨੁਸਾਰ ਹੀ, ਜਿਸ ਦਾ ਸਿੱਖਾਂ ਨੇ ਸਮਰਥਨ ਕੀਤਾ ਹੈ, ਬਟਵਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਇਹ ਸੁਝਾਅ ਦਿੱਤਾ ਗਿਆ ਤਾਂ ਮੈਨੂੰ ਇਸ ਸਮੁੱਚੇ ਵਿਸਥਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਜਦੋਂ ਮੈਂ ਨਕਸ਼ਾ ਮੰਗਵਾ ਕੇ ਸਿੱਖ ਵਸੋਂ ਦੀ ਇਹ ਤਜਵੀਜ਼ ਅਨੁਸਾਰ ਵਸੋਂ ਦਾ ਖਿਲਾਰ ਦੇਖਿਆ ਤਾਂ ਮੈਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਸਿੱਖ ਭਾਈਚਾਰਾ 2 ਬਰਾਬਰ ਦੇ ਭਾਗਾਂ ਵਿੱਚ ਵੰਡਿਆ ਜਾ ਚੁੱਕਾ ਹੈ। ਮੈਂ ਇੱਧਰ ਵੀ ਤੇ ਉੱਧਰ ਇੰਗਲੈਂਡ ਵਿੱਚ ਇਸ ਬਾਰੇ ਕਾਫੀ ਸਮਾਂ ਸੋਚ ਵਿਚਾਰ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਹੱਲ ਲੱਭਿਆ ਜਾਵੇ ਜਿਸ ਨਾਲ ਫਿਰਕੇ ਨੂੰ ਵੱਧ ਤੋਂ ਵੱਧ ਇੱਕ ਪਾਸੇ ਰੱਖਿਆ ਜਾਵੇ ਤੇ ਜਿਸ ਨਾਲ ਉਸ ਸੁਖਾਲੇ ਤੇ ਸਰਬਪੱਖੀ ਸਿਧਾਂਤ ਦਾ ਤਿਆਗ ਨਾ ਕੀਤਾ ਜਾਵੇ, ਜਿਸ ਹੱਲ ਦੀ ਇੱਕ ਧਿਰ ਮੰਗ ਕਰੇ ਤੇ ਦੂਸਰੀ ਧਿਰ ਉਸ ਨੂੰ ਪ੍ਰਵਾਨ ਕਰ ਲਵੇ,
ਮੈਂ ਕੋਈ ਜਾਦੂਗਰ ਤਾਂ ਨਹੀਂ ਤੇ ਮੈਨੂੰ ਕੋਈ ਅਜਿਹਾ ਕਰਾਮਾਤੀ ਹੱਲ ਵੀ ਨਹੀਂ ਲੱਭਿਆ। ਲਾਰਡ ਮਾਊਂਟਬੈਟਨ ਨੂੰ ਪੁੱਛਿਆ ਗਿਆ ਕਿ ਉਸ ਸਿਧਾਂਤ ਦਾ ਮੂਲ ਆਧਾਰ ਜਿਸ ਅਨੁਸਾਰ ਪ੍ਰਾਂਤਾਂ ਦਾ ਬਟਵਾਰਾ ਕੀਤਾ ਜਾਣਾ ਹੈ ਧਰਮ ਹੋਵੇਗਾ ਜਾਂ ਦੂਸਰੇ ਆਧਾਰਾਂ ਜਿਵੇਂ ਜਾਇਦਾਦ ਤੇ ਆਰਥਿਕ ਵਿਹਾਰਕਤਾ ਵੀ ਸੰਕੇਤਕ ਸ਼ਰਤਾਂ ਵਜੋਂ ਸ਼ਾਮਿਲ ਕੀਤੇ ਜਾਣਗੇ। ਮਾਊਂਟਬੈਟਨ ਨੇ ਉੱਤਰ ਦਿੱਤਾ ਕਿ ਇਸ ਗੱਲ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਲੇਬਰ ਸਰਕਾਰ ਜਾਇਦਾਦਾਂ ਨੂੰ ਧਿਆਨ ਵਿੱਚ ਰੱਖ ਕੇ ਬਟਵਾਰੇ ਦੀ ਸੰਮਤੀ ਦੇਵੇਗੀ। ਕੋਈ ਵੀ ਖਿਆਲ ਜੋ ਸਿੱਖ ਨੇਤਾਵਾਂ ਦੇ ਦਿਮਾਗ ਵਿੱਚ ਸੀ ਉਹ ਆਪਣੇ ਪੱਖ ਨੂੰ ਆਪਣੀ ਜ਼ਮੀਨ ਤੇ ਉਹਨਾਂ ਦੇ ਮਾਮਲੇ ਦੇ ਜ਼ੋਰ ਤੇ ਮਜ਼ਬੂਤੀ ਨਾਲ ਪੇਸ਼ ਕਰ ਸਕਣਗੇ ਇਸ ਬਿਆਨ ਨਾਲ ਦੂਰ ਹੋ ਜਾਣਾ ਚਾਹੀਦਾ ਸੀ, ਪਰੰਤੂ ਉਹ ਆਪਣੀਆਂ ਮਨਪਸੰਦ ਭਰਮ ਭੁਲੇਖਿਆਂ ਵਿੱਚ ਅਟਲ ਰਹੇ। ਕੁਝ ਦਿਨ ਮਗਰੋਂ ਲਾਹੌਰ ਵਿੱਚ ਸਰਵ ਪਾਰਟੀ ਸੰਮੇਲਨ ਹੋਇਆ ਜਿਸ ਵਿੱਚ ਉਹਨਾਂ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਉਹ ਅਜਿਹੀ ਹੱਦਬੰਦੀ ਪ੍ਰਵਾਨ ਨਹੀਂ ਕਰਨਗੇ ਜੋ ਸਿੱਖ ਫਿਰਕੇ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਨਹੀਂ ਰੱਖੇਗੀ। ਸਿੱਖਾਂ ਦੀ ਇਸ ਯੋਜਨਾ ਬਾਰੇ ਪ੍ਰਤੀਕਿਰਿਆ ਤੇ ਉਹਨਾਂ ਦੇ ਗੁੱਸੇ ਦਾ ਅਨੁਮਾਨ ਮੁੱਖ ਸਕੱਤਰ ਦੀ ਰਿਪੋਰਟ ਤੋਂ ਲਾਇਆ ਜਾ ਸਕਦਾ ਹੈ। ਵੰਡ ਦੀ ਸਾਹਮਣੇ ਆਈ ਤਜਵੀਜ਼ ਦੋਹਾਂ ਖੇਤਰਾਂ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਬਣਾ ਦਿੰਦੀ ਹੈ, ਇਸ ਲਈ ਉਹ ਆਪਣੀ ਮੰਗ ਨੂੰ ਮੁੜ ਪੇਸ਼ ਕਰਨ ਤੇ ਆਪਣੀ ਤਾਕਤ ਨੂੰ ਪੁਨਰਗਠਨ ਕਰਨ ਵਿੱਚ ਲੱਗੇ ਹੋਏ ਹਨ। ਉਹਨਾਂ ਦਾ ਯਤਨ ਦੋਹਾਂ ਪੱਖਾਂ ਵਿੱਚ ਸਹੀ ਹੈ। ਉਹ ਆਪਣੀ ਉਮੀਦ ਕਾਂਗਰਸ ਅਤੇ ਹੱਦਬੰਦੀ ਕਮਿਸ਼ਨ ਤੇ ਲਾਈ ਬੈਠੇ ਹਨ, ਪਰੰਤੂ ਉਹਨਾਂ ਦੇ ਆਖਰੀ ਗਸ਼ਤੀ ਪੱਤਰ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਪੰਥ ਦੀ ਸ਼ਕਤੀ ਵਿੱਚ ਨਾ ਤਾਂ ਕੋਈ ਵਿਸ਼ਵਾਸ ਘਟਿਆ ਹੈ ਤੇ ਨਾ ਹੀ ਉਹਨਾਂ ਨੇ ਗੋਡੇ ਟੇਕੇ ਹਨ। ਗਸ਼ਤੀ ਪੱਤਰ ਵਿੱਚ ਵਰਣਨ ਕੀਤਾ ਗਿਆ ਹੈ ਕਿ ਪਾਕਿਸਤਾਨ ਦਾ ਭਾਵ ਹੈ ਸਿੱਖ ਪੰਥ ਦੀ ਮੁਕੰਮਲ ਤਬਾਹੀ ਤੇ ਸਿੱਖ ਖੁਦਮੁਖਤਿਆਰ ਸਵਾਧੀਨ ਰਾਜ ਤੇ ਦ੍ਰਿੜ ਹਨ ਜਿਸ ਦੀਆਂ ਹੱਦਾਂ ਚਨਾਬ ਤੇ ਜਮਨਾ ਹੋਣ। ਦਲ ਸਭ ਸਿੱਖਾਂ ਨੂੰ ਇਸ ਆਦਰਸ਼ ਲਈ ਦਲ ਦੇ ਝੰਡੇ ਹੇਠ ਲੜਨ ਦਾ ਆਦੇਸ਼ ਦਿੰਦਾ ਹੈ। ਪੰਜਾਬ ਤੇ ਬੰਗਾਲ ਦੇ ਬਟਵਾਰੇ ਦਾ ਅਮਲ ਸਿੱਧਾ ਹੀ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਬੁਲਾਈ ਗਈ ਤੇ ਨਿਰੰਤਰ ਹੀ ਸਾਰੇ ਮੁਸਲਮਾਨ ਮੈਂਬਰ ਬਟਵਾਰੇ ਦੇ ਵਿਰੁੱਧ ਤੇ ਹਿੰਦੂ ਤੇ ਸਿੱਖ ਬਟਵਾਰੇ ਦੇ ਹੱਕ ਵਿੱਚ ਵੋਟ ਪਾਉਂਦੇ ਰਹੇ। ਪ੍ਰਾਰੰਭਕ ਸੰਮੇਲਨ ਵਿੱਚ ਨਵੀਂ ਕਾਨੂੰਨ ਸਾਜ਼ ਅਸੈਂਬਲੀ ਵਿੱਚ ਸ਼ਾਮਿਲ ਹੋਣ ਦੇ ਹੱਕ ਵਿੱਚ 91 ਵੋਟਾਂ ਤੇ 77 ਵਿਰੋਧ ਵਿੱਚ ਪਈਆਂ। ਫਿਰ ਮੁਸਲਿਮ ਬਹੁਗਿਣਤੀ ਦੇ ਪੱਛਮੀ ਪੰਜਾਬ ਦੇ ਖੇਤਰ ਵਿੱਚ ਪੰਜਾਬ ਦੀ ਵੰਡ ਦੇ ਵਿਰੋਧ ਵਿੱਚ 69 ਤੇ ਹੱਕ ਵਿੱਚ 27 ਵੋਟਾਂ ਪਈਆਂ। ਆਖਿਰ ਪੂਰਬੀ ਪੰਜਾਬ ਦੇ ਗੈਰ ਮੁਸਲਿਮ ਜ਼ਿਲ੍ਹਿਆਂ ਵਿੱਚ 50 ਨੇ ਹੱਕ ਵਿੱਚ ਤੇ 22 ਨੇ ਵੰਡ ਦੇ ਵਿਰੋਧ ਵਿੱਚ ਵੋਟਾਂ ਪਾਈਆਂ। ਸਰ ਰੈਡਕਲਿਫ ਦੀ ਪ੍ਰਧਾਨਗੀ ਹੇਠ ਹੱਦਬੰਦੀ ਕਮਿਸ਼ਨ ਦੀ ਨਿਯੁਕਤੀ ਕਰ ਦਿੱਤੀ ਗਈ। ਹਰ ਕਮਿਸ਼ਨ ਵਿੱਚ 4 ਜੱਜ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ 2 ਮੁਸਲਮਾਨ ਤੇ 2 ਦੂਸਰਿਆਂ ਵਿੱਚੋਂ ਸਨ। ਸਿੱਖ ਮੈਂਬਰ ਪੰਜਾਬ ਹਾਈ ਕੋਰਟ ਦਾ ਜੱਜ ਤੇਜਾ ਸਿੰਘ ਸੀ। ਕਮਿਸ਼ਨ ਨੂੰ ਹਦਾਇਤ ਸੀ ਕਿ ਉਹ ਮੁਸਲਿਮ ਬਹੁਗਿਣਤੀ ਦੇ ਨਾਲ-ਨਾਲ ਮਿਲਦੇ ਖੇਤਰਾਂ ਨੂੰ ਨਿਰਧਾਰਤ ਕਰੇ ਤੇ ਅਜਿਹੇ ਕਰਦੇ ਸਮੇਂ ਹੋਰ ਪਹਿਲੂਆਂ ਦਾ ਖਿਆਲ ਵੀ ਰੱਖੇ। ਸਿੱਖਾਂ ਨੇ ਆਪਣੀ ਵਸੋਂ ਦੀ ਸਥਿਤੀ ਦੇ ਇਲਾਵਾ ਗੁਰਦੁਆਰਿਆਂ, ਘਰਾਂ ਤੇ ਪੱਛਮੀ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਦੀ ਸੁਰੱਖਿਆ ਲਈ ਹੱਦਬੰਦੀ ਕਮਿਸ਼ਨ ਵੱਲੋਂ ਦੂਸਰੇ ਪਹਿਲੂਆਂ ਦੀ ਮਦ ਨੂੰ ਧਿਆਨ ਵਿੱਚ ਰੱਖਣ ਉੱਪਰ ਟੇਕ ਲਾਈ ਹੋਈ ਸੀ। ਹੱਦਬੰਦੀ ਕਮਿਸ਼ਨ ਕੋਲ 32 ਸਿੱਖ ਮੈਂਬਰਾਂ ਦੇ ਦਸਤਖਤਾਂ ਵਾਲਾ ਯਾਦ ਪੱਤਰ ਪੇਸ਼ ਕੀਤਾ ਗਿਆ। ਇਸ ਵਿੱਚ ਜਨਗਣਨਾ ਰਿਪੋਰਟ ਦੀਆਂ ਗਲਤੀਆਂ, ਮੁਸਲਮਾਨ ਵਸੋਂ ਦੀ ਕਾਫੀ ਵੱਡੀ ਗਿਣਤੀ ਵਿੱਚ ਅਸਥਿਰਤਾ, ਪੱਛਮੀ ਪੰਜਾਬ ਵਿੱਚ ਨਹਿਰੀ ਆਬਾਦੀਆਂ ਦੀਆਂ ਉਪਜਾਊ ਭੂਮੀਆਂ ਉੱਪਰ ਸਿੱਖਾਂ ਦੀ ਮਾਲਕੀ ਤੇ ਉਹਨਾਂ ਦੇ ਕੁਝ ਬਹੁਤ ਹੀ ਮਹੱਤਵਪੂਰਨ ਗੁਰਦੁਆਰਿਆਂ ਦੀ ਸਥਿਤੀ ਆਦਿ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੇ ਗਏ। ਯਾਦ ਪੱਤਰ ਵਿੱਚ ਕਿਹਾ ਗਿਆ ਕਿ ਹੱਦਬੰਦੀ ਰੇਖਾ ਦਰਿਆ ਚਨਾਬ ਨੂੰ ਬਣਾਇਆ ਜਾਵੇ, ਜਿਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਨ ਨਾਲ 90% ਸਿੱਖ ਵਸੋਂ ਇਕਜੁੱਟ ਇਕਾਈ ਵਜੋਂ ਪੂਰਬੀ ਪੰਜਾਬ ਵਿੱਚ ਰੱਖੀ ਜਾ ਸਕੇਗੀ। ਮੁਸਲਿਮ ਤੇ ਗੈਰ ਮੁਸਲਿਮ ਜੱਜਾਂ ਦੇ ਸੀਮਾ ਰੇਖਾ ਬਾਰੇ ਵਿਚਾਰ ਬਿਲਕੁਲ ਵੱਖਰੇ ਸਨ।
ਤੇ ਨਿਰਣਾ ਸਮੁੱਚੇ ਤੌਰ ਤੇ ਸਰ ਰੈਡਕਲਿਫ ਤੇ ਨਿਰਭਰ ਕਰਦਾ ਸੀ। ਉਸ ਨੇ ਪੂਰਬੀ ਪੰਜਾਬ ਨੂੰ 13 ਜ਼ਿਲ੍ਹੇ ਦੇ ਦਿੱਤੇ, ਜਿਸ ਵਿੱਚ ਅੰਬਾਲਾ ਤੇ ਜਲੰਧਰ ਮੰਡਲਾਂ ਦੇ ਜ਼ਿਲ੍ਹੇ, ਅੰਮ੍ਰਿਤਸਰ ਦਾ ਜ਼ਿਲ੍ਹਾ, ਲਾਹੌਰ ਤੇ ਗੁਰਦਾਸਪੁਰ ਦੀਆਂ ਕੁਝ ਤਹਿਸੀਲਾਂ ਸ਼ਾਮਿਲ ਸਨ। ਉਸ ਨੇ ਸਤਲੁਜ, ਬਿਆਸ ਤੇ ਰਾਵੀ ਦੇ ਉੱਪਰਲੇ ਪ੍ਰਭਾਵ ਖੇਤਰ ਵੀ ਪੂਰਬੀ ਪੰਜਾਬ ਨੂੰ ਦੇ ਦਿੱਤੇ। ਬਾਕੀ ਦੇ ਪ੍ਰਾਂਤ ਦਾ 62% ਖੇਤਰ ਤੇ 55% ਵਸੋਂ ਪਾਕਿਸਤਾਨ ਦੇ ਹਵਾਲੇ ਕਰ ਦਿੱਤੀ ਗਈ। ਰੈਡਕਲਿਫ ਦਾ ਨਿਰਣਾ ਹਿੰਦੂਆਂ ਤੇ ਮੁਸਲਮਾਨਾਂ ਲਈ ਤਾਂ ਨਿਆਂਪੂਰਨ ਸੀ। ਸਿੱਖ ਹੀ ਇੱਕ ਐਸਾ ਫਿਰਕਾ ਸੀ ਜਿਨ੍ਹਾਂ ਨਾਲ ਦੂਸਰੇ ਫਿਰਕਿਆਂ ਨਾਲ ਅਨਿਆਂ ਕੀਤੇ ਬਿਨਾਂ ਨਿਆਂ ਨਹੀਂ ਕੀਤਾ ਜਾ ਸਕਦਾ ਸੀ। ਉਨ੍ਹਾਂ ਦੀ ਸਭ ਤੋਂ ਵੱਧ ਉਪਜਾਊ ਭੂਮੀ, 150 ਤੋਂ ਵੱਧ ਇਤਿਹਾਸਿਕ ਗੁਰਦੁਆਰੇ ਤੇ ਉਨ੍ਹਾਂ ਦੀ ਅੱਧੀ ਵਸੋਂ ਵੰਡ ਰੇਖਾ ਤੋਂ ਪਾਰ ਪਾਕਿਸਤਾਨ ਵਿੱਚ ਰਹਿ ਗਈ ਸੀ। ਜਦੋਂ ਸੀਮਾ ਕਮਿਸ਼ਨ ਵਿਚਾਰ ਚਰਚਾ ਕਰ ਰਿਹਾ ਸੀ ਤਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਵਿਗੜਨੀ ਸ਼ੁਰੂ ਹੋ ਗਈ। ਮਾਰਚ ਦੇ ਫਸਾਦਾਂ ਤੋਂ ਮਗਰੋਂ ਹੀ ਜੁਝਾਰੂ ਜਥੇਬੰਦੀਆਂ ਨੇ ਹਥਿਆਰ ਇਕੱਠੇ ਕਰਨੇ ਤੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। ਮੁਸਲਮਾਨਾਂ ਨੇ ਦੰਗੇ ਫਸਾਦਾਂ ਲਈ ਹਥਿਆਰਾਂ ਦੇ ਜ਼ਖੀਰੇ ਦਸੰਬਰ 1946 ਤੋਂ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਇੱਕ ਗੁਪਤ ਭੰਡਾਰ ਕਾਇਮ ਕੀਤਾ ਹੋਇਆ ਸੀ, ਜਿਸ ਵਿੱਚ ਉੱਤਰ ਪੱਛਮੀ ਸੀਮਾ ਤੋਂ ਖਰੀਦੇ ਹੋਏ ਹਥਿਆਰ ਜਮ੍ਹਾਂ ਕੀਤੇ ਜਾਂਦੇ ਸਨ। ਇਹ 1949 ਵਿੱਚ ਮਮਦੋਟ ਦੇ ਖਾਨ ਵਿਰੁੱਧ ਪਾਕਿਸਤਾਨ ਸਰਕਾਰ ਵੱਲੋਂ ਕੀਤੀ ਗਈ ਪੜਤਾਲ ਤੋਂ ਵੀ ਸਿੱਧ ਹੋ ਗਿਆ ਸੀ। ਇਸ ਸੱਚਾਈ ਨੂੰ ਪੜਤਾਲੀਆ ਕਾਰਵਾਈ ਦੇ ਹੇਠ ਦਿੱਤੇ ਸਾਰ ਤੋਂ ਪ੍ਰਮਾਣਿਤ ਕੀਤਾ ਜਾਂਦਾ ਹੈ। ਮਮਦੋਟ ਪੜਤਾਲ ਕਮੇਟੀ ਦੇ ਸਵਾਲਾਂ ਦਾ ਉੱਤਰ ਦਿੰਦਿਆਂ ਬਚਾਓ ਪੱਖ ਦੇ ਵਕੀਲ ਚੌਧਰੀ ਮੁਹੰਮਦ ਹਸਨ ਸਾਬਕਾ MLA ਨੇ ਤਸਦੀਕ ਕੀਤਾ ਕਿ ਅਕਤੂਬਰ 1946 ਵਿੱਚ ਪੰਜਾਬ ਪ੍ਰਦੇਸ਼ਿਕ ਮੁਸਲਿਮ ਲੀਗ ਤੇ ਉੱਘੇ ਮੁਸਲਿਮ ਲੀਗੀ ਨੇਤਾਵਾਂ ਨੇ ਮਮਦੋਟ ਬੰਗਲੇ ਵਿੱਚ ਗੁਪਤ ਸੰਮੇਲਨ ਕੀਤਾ। ਉਸ ਵਿੱਚ ਖਾਨ ਮਮਦੋਟ, ਮੀਆਂ ਅਬਦੁਲ ਬਾਰੀ ਤੇ ਗਵਾਹ ਹਾਜ਼ਰ ਸਨ। ਇਹ ਸੰਮੇਲਨ ਉਦੋਂ ਹੋਇਆ ਜਦੋਂ ਕਲਕੱਤਾ ਤੇ ਬੰਬਈ ਵਿੱਚ ਫਸਾਦ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਸਨ। ਇਸ ਸੰਮੇਲਨ ਵਿੱਚ ਫੈਸਲਾ ਕੀਤਾ ਗਿਆ ਕਿ ਇੱਕ ਗੁਪਤ ਫੰਡ, ਜਿਸ ਨੂੰ ਗੁਪਤ ਸੰਦੂਕ ਕਿਹਾ ਗਿਆ ਸੀ, ਸਥਾਪਿਤ ਕੀਤਾ ਜਾਵੇ, ਜਿਸ ਨਾਲ ਜੀਪਾਂ, ਟਰੱਕ, ਲੋਹੇ ਦੀਆਂ ਜੈਕਟਾਂ, ਹਥਿਆਰ, ਅਸਲਾ ਤੇ ਕੰਬਲ ਖਰੀਦੇ ਜਾਣ। ਗਵਾਹ ਨੇ ਬਿਆਨ ਜਾਰੀ ਰੱਖਦਿਆਂ ਕਿਹਾ, ਫਲਸਰੂਪ ਇੱਕ ਹੋਰ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਣਾ ਨਸਰੁੱਲਾ ਖਾਂ ਰਾਹੀਂ 100 ਲੋਹ ਜੈਕਟਾਂ ਖਰੀਦ ਲਵੇ। ਉੱਥੇ ਮੀਟਿੰਗ ਵਿੱਚ ਬੇਗਮ ਸ਼ਾਹ ਨਵਾਜ਼ ਨੂੰ ਕਿਹਾ ਗਿਆ ਕਿ ਉਹ ਆਪਣੀ ਬੇਟੀ ਮਰਹੂਮ ਮਿਸ ਮੁਮਤਾਜ਼ ਸ਼ਾਹ ਨਵਾਜ਼ ਰਾਹੀਂ ਬੰਬ ਖਰੀਦਣ ਦਾ ਪ੍ਰਬੰਧ ਕਰੇ। ਹੋਰ ਸਵਾਲਾਂ ਦਾ ਉੱਤਰ ਦਿੰਦਿਆਂ ਗਵਾਹ ਨੇ ਗਵਾਹੀ ਦਿੱਤੀ ਤੇ ਕਿਹਾ ਕਿ ਇਹ ਵੀ ਸਹੀ ਹੈ ਕਿ ਸਰਦਾਰ ਰਸ਼ੀਦ ਅਹਿਮਦ ਤੇ ਬੇਗਮ ਸ਼ਾਹ ਨਵਾਜ਼ ਦਾ ਜਵਾਈ ਮੁਹੰਮਦ ਅਕਬਰ ਖਾਂ ਨੂੰ ਸੀਮਾ ਪ੍ਰਾਂਤ 'ਚੋਂ ਹਥਿਆਰ ਤੇ ਅਸਲਾ ਖਰੀਦ ਕੇ ਲੋਕਾਂ ਵਿੱਚ ਵੰਡਣ ਲਈ ਕਿਹਾ ਗਿਆ ਸੀ। ਮੁਦਾਲਾ ਨੇ ਲੋੜੀਂਦਾ ਧਨ ਦਿੱਤਾ, ਜਿਸ ਨਾਲ ਫੌਜੀ ਗੁਦਾਮਾਂ ਵਿੱਚੋਂ 7000 ਲੋਹ ਤੋਪ ਖਰੀਦੇ ਗਏ। ਨਵਾਬ ਮਮਦੋਟ ਇਹ ਸਾਬਿਤ ਕਰਨ ਵਿੱਚ ਸਫਲ ਹੋ ਗਿਆ ਕਿ ਉਸ ਨੇ ਇਹ ਰੁਪਈਆ ਮੁਸਲਮਾਨਾਂ ਨੂੰ ਸ਼ਸਤਰਾਂ ਨਾਲ ਲੈਸ ਕਰਨ ਤੇ ਖਰਚ ਕਰ ਦਿੱਤਾ ਸੀ। ਉਸ ਨੂੰ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ। ਜਦੋਂ ਮੁਸਲਮਾਨ ਉੱਤਰੀ ਪੱਛਮ ਸੀਮਾ ਪ੍ਰਾਂਤ ਦੇ ਕਬਾਇਲੀ ਖੇਤਰਾਂ ਤੇ ਬਹਾਵਲਪੁਰ ਰਿਆਸਤ ਵਿੱਚੋਂ ਹਥਿਆਰ ਇਕੱਠੇ ਕਰਨ ਵਿੱਚ ਲੱਗੇ ਹੋਏ ਸਨ, ਸਿੱਖਾਂ ਨੇ ਹਥਿਆਰ ਸਿੱਖ ਰਿਆਸਤਾਂ, ਖਾਸ ਕਰਕੇ ਪਟਿਆਲਾ, ਕਪੂਰਥਲਾ ਤੇ ਫਰੀਦਕੋਟ ਤੋਂ ਇਕੱਠੇ ਕਰ ਲਏ। ਸਿੱਖਾਂ ਦੀ ਜੁਝਾਰੂ ਸ਼ਕਤੀ ਦਾ ਗਠਨ ਮੁੜ ਰੂਪ ਵਿੱਚ ਪਿੰਡਾਂ ਵਿੱਚ ਜਥੇ ਬਣਾ ਕੇ ਉਨ੍ਹਾਂ ਨੂੰ ਕਿਰਪਾਨਾਂ ਤੇ ਨੇਜ਼ਾਂ ਨਾਲ ਲੈਸ ਕਰਨਾ ਸੀ। 14 ਜੂਨ 1947 ਨੂੰ ਲਾਰਡ ਮਾਊਂਟਬੈਟਨ ਦੇ ਪ੍ਰੈਸ ਸਕੱਤਰ ਨੇ ਲਿਖਿਆ, ਅਸੀਂ ਸਿੱਖਾਂ ਦੇ ਗੜ੍ਹ ਵਿੱਚ ਹਾਂ ਤੇ ਪ੍ਰਬਲ ਮਾਹੌਲ ਤਣਾਅ ਤੇ ਕੁਸ਼ਗਣੀ ਦੇ ਸੰਕੇਤ ਦਿੰਦਾ ਹੈ। ਉਨ੍ਹਾਂ ਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੁਲਕ ਦੀ ਵੰਡ ਦਾ ਮਤਲਬ ਸਿੱਖਾਂ ਦਾ ਅਟੱਲ ਤੇ ਸੱਚਮੁੱਚ ਵਿਭਾਜਨ ਹੈ ਤੇ ਉਹ ਮਹਿਸੂਸ ਕਰਦੇ ਹਨ ਕਿ ਹਿੰਦੂਆਂ ਦੀ ਮੌਕਾ ਪ੍ਰਸਤੀ ਤੇ ਮੁਸਲਮਾਨਾਂ ਦੀਆਂ ਇੱਛਾਵਾਂ ਖਾਤਰ ਉਨ੍ਹਾਂ ਦੀ ਬਲੀ ਦੇ ਦਿੱਤੀ ਗਈ ਹੈ। ਹੱਦਬੰਦੀ ਕਮਿਸ਼ਨ ਦੀਆਂ ਕੋਈ ਜਾਦੂਗਰੀ
ਉਹਨਾਂ ਦੇ ਵਿਭਾਜਨ ਨੂੰ ਨਹੀਂ ਰੋਕ ਸਕਦੀ। ਉਹਨਾਂ ਦੀ ਪ੍ਰਤੀਕਿਰਿਆ ਇਸੇ ਅਨੁਸਾਰ ਹੈ ਤੇ ਉਹਨਾਂ ਦੇ ਨੇਤਾਵਾਂ ਨੇ ਸਿਆਸੀ ਸੰਘਰਸ਼ ਵਿੱਚ ਹੁਣ ਪੁਰਾਣੇ ਢੰਗ ਅਪਣਾ ਲਏ ਹਨ। ਉਹਨਾਂ ਦੀ ਅਗਵਾਈ ਮਾਸਟਰ ਤਾਰਾ ਸਿੰਘ ਜਿਹੇ ਬੇਲਗਾਮ ਨੇਤਾਵਾਂ ਤੇ ਆਜ਼ਾਦ ਹਿੰਦ ਫੌਜ ਦੇ ਨੌਜਵਾਨ ਅਫਸਰ ਕਰ ਰਹੇ ਹਨ। ਸਾਡੇ ਸਾਹਮਣੇ ਹਾਲਾਤ ਨਾਸਾਜ਼ ਹਨ। ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਜਦੋਂ ਵੀ ਵੰਡ ਦੀ ਰੇਖਾ ਉਲੀਕ ਦਿੱਤੀ ਗਈ ਤਾਂ ਸਾਰੇ ਫਿਰਕੇ ਇੱਕ ਦੂਸਰੇ ਨਾਲ ਜੰਗ ਵਿੱਚ ਉਲਝ ਜਾਣਗੇ ਤੇ ਆਖਰ ਵਸੋਂ ਦਾ ਤਬਾਦਲਾ ਕਰਨਾ ਪਵੇਗਾ। ਲਾਰਡ ਮਾਊਂਟਬੈਟਨ ਨੂੰ 10 ਜੁਲਾਈ 1947 ਨੂੰ ਸਰ ਐਵਨ ਜਿਨਕਿੰਜ਼ ਦਾ ਗਿਆਨੀ ਕਰਤਾਰ ਸਿੰਘ ਨਾਲ ਉਸ ਦੀ ਮੁਲਾਕਾਤ ਬਾਰੇ ਲਿਖਿਆ ਪੱਤਰ ਬੜਾ ਪ੍ਰਕਾਸ਼ ਪਾਉਂਦਾ ਹੈ। ਗਿਆਨੀ ਸਿੱਖਾਂ ਦੇ ਇਰਾਦੇ ਬਾਰੇ ਬੜਾ ਸਪਸ਼ਟ ਹੈ। ਜੋ ਕੁਝ ਉਸਨੇ ਕਿਹਾ ਉਹ ਮੇਰੇ ਵਿਚਾਰ ਦੀ ਪ੍ਰੋੜਤਾ ਕਰਦਾ ਹੈ। ਜੇ ਹੱਦਬੰਦੀ ਕਮਿਸ਼ਨ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਾ ਹੋਇਆ ਜਾਂ ਜੇ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਨਵੀਆਂ ਸਰਕਾਰਾਂ ਫੈਸਲੇ ਤੋਂ ਪਹਿਲਾਂ ਸਥਾਪਿਤ ਕਰ ਦਿੱਤੀਆਂ ਗਈਆਂ ਤਾਂ ਉਹ ਗੜਬੜ ਕਰਨਗੇ। ਸਰ ਐਵਨਜ਼ ਨੇ ਪੱਤਰ ਨਾਲ ਇੱਕ ਟਿੱਪਣੀ ਨੱਥੀ ਕਰ ਦਿੱਤੀ ਜਿਸ ਵਿੱਚ ਕਿਹਾ ਗਿਆ, ਗਿਆਨੀ ਕਰਤਾਰ ਸਿੰਘ ਅੱਜ ਮੈਨੂੰ ਮਿਲਣ ਆਇਆ। ਉਸ ਨੇ ਕਿਹਾ ਕਿ ਉਹ ਮੈਨੂੰ ਭਾਰਤੀ ਸੁਤੰਤਰਤਾ ਬਿੱਲ ਤੇ ਹੱਦਬੰਦੀ ਕਮਿਸ਼ਨ ਬਾਰੇ ਮਿਲਣ ਆਇਆ ਹੈ। ਉਸ ਨੇ ਕਿਹਾ ਪੰਜਾਬ ਵਿੱਚ ਵਸੋਂ ਦਾ ਵੱਡੇ ਪੈਮਾਨੇ ਤੇ ਤਬਾਦਲਾ ਕਰਨਾ ਪਵੇਗਾ ਕਿ ਅੰਗਰੇਜ਼ ਇਹ ਲਾਗੂ ਕਰਵਾ ਸਕਣਗੇ। ਉਸ ਨੇ ਸ਼ੱਕ ਕੀਤਾ ਉਹ ਐਸਾ ਕਰ ਸਕਣਗੇ ਤੇ ਜੇ ਸਿੱਖਾਂ ਦੀ ਇਕਜੁੱਟਤਾ ਦਾ ਖਿਆਲ ਨਾ ਰੱਖਿਆ ਗਿਆ ਤਾਂ ਲੜਾਈ ਅਟੱਲ ਹੈ। ਅੰਗਰੇਜ਼ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਹ ਘੱਟ ਗਿਣਤੀਆਂ ਦੀ ਰੱਖਿਆ ਕਰਨਗੇ। ਕੀ ਸਿੱਟਾ ਨਿਕਲਿਆ? ਵਰਤਮਾਨ ਸਥਿਤੀ ਅੰਗਰੇਜ਼ਾਂ ਵੱਲੋਂ ਸਾਫ਼ ਵਿਸ਼ਵਾਸਘਾਤ ਸੀ। ਮੈਂ ਉੱਤਰ ਦਿੱਤਾ, ਮੈਂ ਅਨੁਭਵ ਕਰਦਾ ਹਾਂ ਕਿ ਸਿੱਖ ਅਸੰਤੁਸ਼ਟ ਹਨ, ਪਰ ਜਦੋਂ ਵੀ ਕਿਸੇ ਮੁਲਕ ਨੂੰ ਆਜ਼ਾਦੀ ਮਿਲੀ ਹੈ ਕੁਝ ਵਰਗ ਜਿਨ੍ਹਾਂ ਨੂੰ ਪਹਿਲਾਂ ਸੁਰੱਖਿਆ ਮਿਲੀ ਹੁੰਦੀ ਹੈ ਘਾਟੇ ਵਿੱਚ ਰਹਿੰਦੇ ਹਨ। ਪਰ ਨਾਲ ਹੀ ਮੈਂ ਕਿਹਾ ਹੈ ਕਿ ਵਰਤਮਾਨ ਸਥਿਤੀ ਬਾਰੇ ਸਿੱਖਾਂ ਦਾ ਆਪਣਾ ਹੀ ਕਸੂਰ ਸੀ। ਗਿਆਨੀ ਨੇ ਆਪ ਹੀ ਵੰਡ ਤੇ ਜ਼ੋਰ ਪਾਇਆ ਸੀ ਤੇ ਬਲਦੇਵ ਸਿੰਘ ਨੇ ਯੋਜਨਾ ਸਵੀਕਾਰ ਕਰ ਲਈ। ਗਿਆਨੀ ਨੇ ਉੱਤਰ ਦਿੱਤਾ ਕਿ ਕਿਸੇ ਨੇ ਵੀ ਨਹੀਂ ਸੋਚਿਆ ਕਿ ਵੰਡ ਸਿਰਫ ਵਸੋਂ ਦੇ ਆਧਾਰ ਤੇ ਕੀਤੀ ਜਾਵੇਗੀ। ਸਿੱਖਾਂ ਦਾ ਆਪਣੀ ਜ਼ਮੀਨਾਂ ਬਾਰੇ ਉਤਨਾ ਹੀ ਹੱਕ ਹੈ ਜਿਤਨਾ ਹਿੰਦੂਆਂ ਤੇ ਮੁਸਲਮਾਨਾਂ ਦਾ। ਉਹ ਆਪਣਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਘੱਟੋ ਘੱਟ ਇੱਕ ਨਹਿਰੀ ਸਿਸਟਮ ਤੇ ਪੱਛਮੀ ਪੰਜਾਬ ਚੋਂ ਪੂਰਬੀ ਪੰਜਾਬ ਵਿੱਚ ਆਪਣੀ ਵਸੋਂ ਦਾ 3/4 ਭਾਗ ਲਿਆਉਣ ਦੇ ਪ੍ਰਬੰਧ ਜ਼ਰੂਰ ਕੀਤੇ ਜਾਣ ਦੀ ਇੱਛਾ ਕਰਦੇ ਹਨ। ਜਾਇਦਾਦ ਤੇ ਵਸੋਂ ਨੂੰ ਬਟਵਾਰੇ ਸਮੇਂ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਮੁਸਲਮਾਨਾਂ ਨਾਲੋਂ ਜ਼ਿਆਦਾ ਅਮੀਰ ਹਨ। ਗਿਆਨੀ ਨੇ ਕਿਹਾ, ਜਦ ਤੱਕ ਬਾਦਸ਼ਾਹ ਸਲਾਮਤ ਦੀ ਸਰਕਾਰ, ਵਾਇਸਰਾਏ ਤੇ ਦਲਾਂ ਦੇ ਨੇਤਾ ਇਹ ਅਨੁਭਵ ਨਹੀਂ ਕਰਦੇ ਕਿ ਸਿੱਖਾਂ ਦਾ ਮਸਲਾ ਮਹੱਤਵਪੂਰਨ ਹੈ ਤਾਂ ਗੜਬੜ ਹੋਵੇਗੀ ਤੇ ਸਿੱਖ ਲੜਨ ਲਈ ਮਜਬੂਰ ਹੋਣਗੇ। ਸਿੱਖਾਂ ਨੂੰ ਅਹਿਸਾਸ ਹੈ ਕਿ ਉਹਨਾਂ ਦੀ ਸਥਿਤੀ ਮਾੜੀ ਹੈ ਪਰ ਉਹਨਾਂ ਨੂੰ ਕ੍ਰਾਂਤੀਕਾਰੀਆਂ ਵਾਂਗ ਲੜਨਾ ਪਵੇਗਾ। ਅਧਿਕਾਰੀ ਕਤਲ ਕਰਨੇ ਪੈਣਗੇ, ਰੇਲਵੇ ਪਟੜੀਆਂ ਉਖਾੜਨੀਆਂ ਪੈਣਗੀਆਂ ਤੇ ਨਹਿਰੀ ਹੈੱਡਵਰਕਸ ਤਬਾਹ ਕਰਨੇ ਪੈਣਗੇ ਆਦਿ। ਪਰ ਮੈਂ ਵਾਰ-ਵਾਰ ਕਿਹਾ ਕਿ ਇਹ ਅਹਿਮਕਾਨਾ ਨੀਤੀ ਹੋਵੇਗੀ। ਇਸ ਦੇ ਉੱਤਰ ਵਿੱਚ ਗਿਆਨੀ ਨੇ ਕਿਹਾ ਕਿ ਜੇ ਬਰਤਾਨੀਆ ਤੇ ਹਮਲਾ ਹੋਇਆ ਤਾਂ ਮੇਰੀ ਭਾਵਨਾ ਵੀ ਉਹਦੇ ਵਾਂਗ ਹੀ ਹੋਵੇਗੀ। ਸਿੱਖਾਂ ਬਾਰੇ ਮੁਸਲਮਾਨ ਹੁਣ ਸਮਝੌਤੇ ਬਾਰੇ ਪ੍ਰਚਾਰ ਕਰ ਰਹੇ ਹਨ ਪਰ ਉਹਨਾਂ ਦੀ ਨੀਤੀ ਉਸ ਸ਼ਿਕਾਰੀ ਵਾਲੀ ਹੈ ਜੋ ਚਾਹੁੰਦਾ ਹੈ ਕਿ ਉਹਨਾਂ ਪਰਿੰਦਿਆਂ ਨੂੰ ਨਾ ਛੇੜੇ ਜਿਨ੍ਹਾਂ ਦਾ ਉਹ ਸ਼ਿਕਾਰ ਕਰਨਾ ਚਾਹੁੰਦਾ ਹੈ। ਉਹਦਾ ਵਿਸ਼ਵਾਸ ਸੀ ਕਿ ਮੁਸਲਮਾਨ ਪੱਛਮੀ ਪੰਜਾਬ ਦੇ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਮਗਰੋਂ ਉਹਨਾਂ ਨੂੰ ਖਤਮ ਕਰ ਦੇਣਗੇ। ਸਰ ਐਵਨਜ਼ ਜਿਨਕਿੰਜ਼ ਨੇ ਖਤ ਖਤਮ ਕਰਦਿਆਂ ਲਿਖਿਆ, ਅੰਤ ਗਿਆਨੀ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਜੋ ਮੈਂ ਉਹਨਾਂ ਦੀ ਸਹਾਇਤਾ ਲਈ ਕਰ ਸਕਦਾ ਹਾਂ ਕਰਾਂ। ਉਸ ਨੇ ਕਿਹਾ, ਮੈਂ ਯਕੀਨਨ ਨਹੀਂ ਚਾਹਾਂਗਾ ਕਿ ਪੰਜਾਬ ਵਿੱਚ ਹੰਝੂਆਂ ਤੇ ਲਹੂ ਦੀਆਂ ਨਦੀਆਂ ਵਗਣ।
ਜੇ ਸਮੱਸਿਆ ਦਾ ਉਚਿਤ ਹੱਲ ਨਾ ਲੱਭਿਆ ਗਿਆ ਤਾਂ ਯਕੀਨਨ ਅਥਰੂਆਂ ਤੇ ਲਹੂ ਦੀਆਂ ਨਦੀਆਂ ਵਹਿਣਗੀਆਂ। ਗਿਆਨੀ ਸਾਡੀ ਗੱਲਬਾਤ ਦੌਰਾਨ ਸਥਿਰ ਰਿਹਾ, ਪਰ ਆਪਣੀ ਬੇਨਤੀ ਕਰਨ ਸਮੇਂ ਰੋਣ ਹਾਕਾ ਹੋ ਗਿਆ। ਇਹ ਸਿੱਖਾਂ ਵੱਲੋਂ ਦਿੱਤੀ ਹੋਈ ਆਖਰੀ ਚੇਤਾਵਨੀ ਸੀ। ਨਿਰਸੰਦੇਹ ਉਹ ਘਬਰਾਏ ਹੋਏ ਤੇ ਨਾਖੁਸ਼ ਸਨ। ਮੈਂ ਨਹੀਂ ਸਮਝਦਾ ਕਿ ਉਹਨਾਂ ਵਿੱਚ 1 ਸਦੀ ਪਹਿਲਾਂ ਪੁਆੜਾ ਪਾ ਸਕਣ ਵਾਲੀ ਸ਼ਕਤੀ ਨਹੀਂ ਰਹੀ। 13 ਜੁਲਾਈ ਨੂੰ ਜੈਨਕਿਨਜ਼ ਨੇ ਇੱਕ ਹੋਰ ਪੱਤਰ ਵਿੱਚ ਮਾਊਂਟਬੈਟਨ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਜ਼ੋਰਦਾਰ ਚੇਤਾਵਨੀ ਦਿੱਤੀ। ਉਸਨੇ ਕਿਹਾ, ਸੰਪਰਦਾਇਕਤਾ ਦੀ ਸਥਿਤੀ ਅਵਿਸ਼ਵਾਸ ਦੀ ਹੱਦ ਤੱਕ ਬੜੀ ਭੈੜੀ ਤੇ ਗੰਭੀਰ ਹੈ। ਸਿੱਖਾਂ ਦਾ ਯਕੀਨ ਹੈ ਉਹਨਾਂ ਨੂੰ ਪੱਛਮੀ ਪੰਜਾਬ ਵਿੱਚੋਂ ਬੇਦਖਲ ਕਰਕੇ ਕਤਲ ਕਰ ਦਿੱਤਾ ਜਾਵੇਗਾ ਤੇ ਪੂਰਬੀ ਪੰਜਾਬ ਵਿੱਚ ਹਿੰਦੂ ਤੇ ਕਾਂਗਰਸੀ ਉਹਨਾਂ ਨੂੰ ਦਬਾ ਕੇ ਗਲ ਘੁੱਟ ਕੇ ਮਾਰ ਦੇਣਗੇ। ਉਹ ਤੁਰੰਤ ਹੀ ਹਿੰਸਕ ਵਿਦਰੋਹ ਕਰ ਦੇਣਗੇ। ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਵਿਭਾਜਨ ਸਮਿਤੀ ਕਾਇਮ ਕਰ ਦਿੱਤੀ ਗਈ। ਇੱਕ ਹੱਦਬੰਦੀ ਫੌਜ ਮੇਜਰ ਜਨਰਲ ਗੰਜ ਦੇ ਅਧੀਨ ਕਾਇਮ ਕਰ ਦਿੱਤੀ ਗਈ, ਜਿਸ ਦੇ ਸਹਾਇਕ ਬ੍ਰਿਗੇਡੀਅਰ ਦਿਗੰਬਰ ਸਿੰਘ ਬਰਾੜ ਅਤੇ ਕਰਨਲ ਅਯੂਬ ਖਾਂ, ਜੋ ਮਗਰੋਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ, ਸਨ। ਉਹਨਾਂ ਅਧੀਨ ਫੌਜ ਦੀਆਂ 2.25 ਡਿਵੀਜ਼ਨਾਂ ਸਨ ਤੇ ਉਹਨਾਂ ਨੂੰ ਸਿਆਲਕੋਟ, ਲਾਇਲਪੁਰ, ਮਿੰਟਗੁਮਰੀ, ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਿਰੋਜ਼ਪੁਰ ਤੇ ਲੁਧਿਆਣੇ ਦੇ ਜ਼ਿਲ੍ਹਿਆਂ ਦੀ ਆਬਾਦੀ ਦੀ ਨਕਲੋ ਹਰਕਤ ਤੇ ਆਵਾਜਾਈ ਦੇ ਨਿਯੰਤਰਣ ਦਾ ਕਾਰਜ ਸੌਂਪ ਦਿੱਤਾ ਗਿਆ। 15 ਅਗਸਤ 1947 ਨੂੰ ਜਦੋਂ ਭਾਰਤ ਨੇ ਆਪਣੀ ਸੁਤੰਤਰਤਾ ਦਾ ਜਸ਼ਨ ਮਨਾਇਆ, 1 ਕਰੋੜ ਪੰਜਾਬੀ ਇੱਕ ਦੂਸਰੇ ਦਾ ਗਲ ਵੱਢ ਰਹੇ ਸਨ। ਪੂਰਬੀ ਪੰਜਾਬ ਵਿੱਚ ਮੁਸਲਿਮ ਪੁਲਿਸ ਭੰਗ ਕਰ ਦਿੱਤੀ ਗਈ ਸੀ ਤੇ ਮੁਸਲਮਾਨ ਸਿੱਖਾਂ ਦੇ ਲੁਟੇਰੇ ਦਲਾਂ ਤੇ RSS ਦੀ ਰਜ਼ਾਕਾਰਾਂ ਸੈਨਾ ਦੇ ਰਹਿਮ ਤੇ ਰਹਿ ਰਹੇ ਸਨ। ਸਤੰਬਰ 1947 ਵਿੱਚ ਸਿੱਖ ਹਿੰਸਾ ਸਿਖਰ ਤੇ ਪਹੁੰਚ ਗਈ ਸੀ। ਸੀਮਾ ਬਲ ਦੇ ਜਨਰਲ ਰੀਜ ਨੇ ਸੂਚਿਤ ਕੀਤਾ, 20-30 ਵਿਅਕਤੀਆਂ ਤੋਂ ਲੈ ਕੇ 500-600 ਆਦਮੀਆਂ ਤੇ ਨਿਰਭਰ ਜਥੇ ਸਨ। ਜਦੋਂ ਕੋਈ ਮੁਹਿੰਮ ਕਿਸੇ ਛੋਟੇ ਜਿਹੇ ਕਾਰਜ ਲਈ ਹੁੰਦੀ ਤਾਂ ਜਿੱਥੇ ਉਤਨੇ ਕੁ ਆਦਮੀਆਂ ਦੇ ਹੁੰਦੇ ਜਿਤਨੇ ਉਹ ਆਰੰਭ ਵਿੱਚ ਹੁੰਦੇ ਸਨ, ਪਰ ਜੇ ਕੋਈ ਕਾਰਵਾਈ ਕਿਸੇ ਪਿੰਡ ਤੇ ਹਮਲਾ ਕਰਨ ਬਾਰੇ ਹੁੰਦੀ ਜਾਂ ਗੱਡੀ ਜਾਂ ਕਾਫਲਾ ਲੁੱਟਣਾ ਹੁੰਦਾ ਤਾਂ ਸਥਾਨਿਕ ਪਿੰਡਾਂ ਦੇ ਲੋਕ ਵੀ ਹਮਲਾਵਰਾਂ ਨਾਲ ਰਲ ਜਾਂਦੇ ਤੇ ਗਿਣਤੀ ਹਜ਼ਾਰਾਂ ਤੱਕ ਹੋ ਜਾਂਦੀ। ਉਹਨਾਂ ਦੇ ਨੇਤਾ ਨਿਸ਼ਚਿਤ ਉੱਘੇ ਹੁੰਦੇ ਸਨ। ਉਹਨਾਂ ਦੇ ਹੈੱਡਕੁਆਰਟਰ ਬਦਲਦੇ ਰਹਿੰਦੇ ਤੇ ਸੰਦੇਸ਼ ਵਾਹਕ ਪੈਦਲ, ਘੋੜਿਆਂ ਜਾਂ ਮੋਟਰਾਂ ਤੇ ਪਹੁੰਚਦੇ। ਪਿੰਡਾਂ ਤੇ ਹਮਲੇ ਕਰਨ ਤੋਂ ਬਿਨਾਂ ਹਮਲੇ ਘਾਤ ਲਾ ਕੇ ਵੀ ਕੀਤੇ ਜਾਂਦੇ। ਕਾਫਲਿਆਂ ਜਾਂ ਗੱਡੀਆਂ ਦੇ ਜਾਣ ਦੀ ਸੂਚਨਾ ਪ੍ਰਾਪਤ ਕਰਨੀ ਔਖੀ ਨਹੀਂ ਸੀ ਹੁੰਦੀ, ਕਿਉਂਕਿ ਫਸਲਾਂ ਕਾਫੀ ਉੱਚੀਆਂ ਸਨ। ਇਸ ਕਰਕੇ ਘਾਤ ਲਾ ਕੇ ਸ਼ਰਨਾਰਥੀਆਂ ਦੇ ਦਲਾਂ ਤੇ ਹਮਲਾ ਕਰਨਾ ਔਖਾ ਨਹੀਂ ਸੀ। ਹਮਲਾ ਕਰਨ ਵਾਲੇ ਆਖਰੀ ਪਲ ਤੱਕ ਲੁਕੇ ਰਹਿੰਦੇ ਤੇ ਫਿਰ ਉਹ ਉੱਤਰ-ਪੱਛਮੀ ਸੀਮਾ ਦੇ ਢੰਗ ਅਨੁਸਾਰ ਉਲਟੇ ਪਾਸੇ ਉਡੀਕ ਵਿੱਚ ਬੈਠੇ ਜ਼ੋਰਦਾਰ ਧਾਵਾ ਕਰਕੇ ਹਮਲਾ ਕਰ ਦਿੰਦੇ। ਉਹਨਾਂ ਦੇ ਨਾਲ ਰੱਖਿਆ ਕਰਕੇ ਲਿਜਾ ਰਹੀ ਸੈਨਾ ਦੀ ਉਹਨਾਂ ਨੂੰ ਇਕੱਠੇ ਰੱਖਣ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਸ਼ਰਨਾਰਥੀ ਘਬਰਾਹਟ ਵਿੱਚ ਖਿੰਡ-ਪੁੰਡ ਜਾਂਦੇ ਤੇ ਘਾਤ ਲਾ ਕੇ ਬੈਠੇ ਦਲ ਉਹਨਾਂ ਤੇ ਤਲਵਾਰਾਂ ਤੇ ਨੇਜ਼ਿਆਂ ਨਾਲ ਟੁੱਟ ਪੈਂਦੇ। ਹਮਲਾ ਕਰਨ ਵਾਲੇ ਉਹਨਾਂ 'ਚ ਪੂਰੀ ਤਰ੍ਹਾਂ ਰਲ ਮਿਲ ਜਾਂਦੇ ਜਿਨ੍ਹਾਂ ਤੇ ਆਕਰਮਣ ਕੀਤਾ ਗਿਆ ਹੁੰਦਾ ਤੇ ਰੱਖਿਅਕ ਆਪਣੇ ਸਪੁਰਦ ਲੋਕਾਂ ਦੀ ਰੱਖਿਆ ਕਰਨ ਵਿੱਚ ਨਾਕਾਮਯਾਬ ਰਹਿ ਜਾਂਦੇ। ਭਾਰਤ ਤੇ ਪਾਕਿਸਤਾਨ ਵਿੱਚ ਦੋਹੀਂ ਪਾਸੀਂ ਭਿਆਨਕ ਜ਼ੁਲਮ ਢਾਹੇ ਗਏ। ਪੈਦਲ ਤੁਰ-ਤੁਰ ਥੱਕੇ ਹੋਏ ਸ਼ਰਨਾਰਥੀਆਂ ਤੇ ਉਦੋਂ ਤੱਕ ਹਮਲੇ ਕੀਤੇ ਜਾਂਦੇ ਜਦ ਤੱਕ ਸੜਕਾਂ ਲਾਸ਼ਾਂ ਨਾਲ ਨਾ ਭਰ ਜਾਂਦੀਆਂ। ਗੱਡੀਆਂ ਤੇ ਹਮਲੇ ਕੀਤੇ ਗਏ। ਲਾਸ਼ਾਂ ਨਾਲ ਭਰੇ ਡੱਬੇ ਕਤਲ ਹੋਏ ਮੁਸਾਫਿਰਾਂ ਨਾਲ ਸਰਹੱਦੋਂ ਪਾਰ ਭੇਜੇ ਜਾਂਦੇ। ਬਿਮਾਰ ਤੇ ਬਿਰਧਾਂ ਨੂੰ ਤੇ ਇੱਥੋਂ ਤੱਕ ਕਿ ਮਾਸੂਮਾਂ ਨੂੰ ਵੀ ਨਾ ਬਖਸ਼ਿਆ ਗਿਆ। ਕਈ ਵਾਰ ਜਵਾਨ ਇਸਤਰੀਆਂ ਨੇ ਇਸ ਕਰਕੇ ਛੱਡ ਲਿਆ ਜਾਂਦਾ ਕਿਉਂਕਿ ਉਹਨਾਂ ਦਾ ਅਪਹਰਣ ਕਰਕੇ ਉਹਨਾਂ ਨੂੰ ਨਾਲ ਲਿਜਾਣਾ ਹੁੰਦਾ ਸੀ। ਸੰਸਾਰ ਦੇ ਇਤਿਹਾਸ ਵਿੱਚ ਵਸੋਂ ਦਾ ਇਤਨਾ ਭਾਰੀ ਤਬਾਦਲਾ
ਇਤਨੇ ਖੂਨ ਖਰਾਬੇ ਨਾਲ ਕਦੇ ਨਹੀਂ ਹੋਇਆ ਸੀ। ਪੰਜਾਬ ਵਿੱਚ ਇਹਨਾਂ ਫਸਾਦਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦੇ ਵੱਖ-ਵੱਖ ਅਨੁਮਾਨ ਹਨ। ਪੈਡਰਲ ਮੂਨ, ਜੋ ਬਹਾਵਲਪੁਰ ਤੇ ਨਾਲ ਲੱਗਵੇਂ ਪਾਕਿਸਤਾਨੀ ਜ਼ਿਲ੍ਹਿਆਂ ਵਿੱਚ ਮੌਤਾਂ ਦੀ ਸਹੀ ਗਿਣਤੀ ਦੀ ਜਾਣਕਾਰੀ ਦਾ ਦਾਅਵਾ ਕਰਦਾ ਹੈ, ਜਿਸ ਨੇ ਪੱਛਮੀ ਪੰਜਾਬ ਦੇ ਗਵਰਨਰ ਨਾਲ ਆਪਣੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ, ਇਸ ਨਤੀਜੇ 'ਤੇ ਪਹੁੰਚਿਆ ਕਿ ਪਾਕਿਸਤਾਨ ਵਿੱਚ 60,000 ਲੋਕ ਮਾਰੇ ਗਏ ਤੇ ਥੋੜ੍ਹੇ ਜਿਹੇ ਜ਼ਿਆਦਾ ਪੂਰਬੀ ਪੰਜਾਬ ਵਿੱਚ ਮਾਰੇ ਗਏ। ਉਸ ਨੇ ਆਪਣੀ ਪਹਿਲੀ 2 ਲੱਖ ਮੌਤਾਂ ਦੀ ਗਿਣਤੀ ਨੂੰ ਅਤਿਕਥਨੀ ਦੱਸਿਆ। ਫਿਰ ਪੂਰੇ ਜ਼ੋਰ ਨਾਲ ਬਾਰਿਸ਼ਾਂ ਸ਼ੁਰੂ ਹੋ ਗਈਆਂ, ਦਰਿਆਵਾਂ ਵਿੱਚ ਪਾਣੀ ਚੜ੍ਹ ਗਿਆ, ਸੜਕਾਂ ਪਾਣੀ ਵਿੱਚ ਰੁੜ੍ਹ ਗਈਆਂ, ਪੁਲ ਬਹਿ ਗਏ, ਰੇਲ ਪਟੜੀਆਂ ਵੀ ਟੁੱਟ ਗਈਆਂ। ਸ਼ਰਨਾਰਥੀਆਂ ਦੇ ਕੈਂਪਾਂ ਵਿੱਚ ਹੈਜਾ ਫੁੱਟ ਪਿਆ। ਹੜ੍ਹਾਂ ਨੇ ਧਰਤੀ ਤੋਂ ਲਹੂ ਦੇ ਨਿਸ਼ਾਨ ਮਿਟਾ ਦਿੱਤੇ। ਹਿਜਰਤ ਤੇ ਪੂਰਬੀ ਭਾਰਤ ਵਿੱਚ ਪੁਨਰਵਾਸ। 1946-47 ਦੀਆਂ ਸਰਦੀਆਂ ਵਿੱਚ ਉੱਤਰ-ਪੱਛਮੀ ਸੀਮਾ ਪ੍ਰਾਂਤ ਤੋਂ ਸਿੱਖ ਸ਼ਰਨਾਰਥੀ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵੱਲ ਸਫ਼ਰ ਕਰਕੇ ਆਉਣੇ ਸ਼ੁਰੂ ਹੋ ਗਏ। ਮਾਰਚ 1947 ਵਿੱਚ ਸ਼ੁਰੂ ਹੋਏ ਹਿੰਸਾ ਦੇ ਦੂਸਰੇ ਦੌਰ ਨੇ ਇਹ ਸਿੱਧ ਕਰ ਦਿੱਤਾ ਕਿ ਲਾਹੌਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ ਵੀ ਮੁਸਲਮਾਨ ਲੁਟੇਰੇ ਹਿੰਦੂ ਸਿੱਖ ਬਦਮਾਸ਼ਾਂ ਨਾਲੋਂ ਬਿਹਤਰ ਹਾਲਤ ਵਿੱਚ ਸਨ। ਉਨ੍ਹਾਂ ਦਾ ਹੱਥ ਉੱਪਰ ਸੀ। ਸ਼ਰਨਾਰਥੀਆਂ ਨੇ ਆਪਣਾ ਸਫ਼ਰ ਦੱਖਣੀ ਪੂਰਬੀ ਜ਼ਿਲ੍ਹਿਆਂ ਵਿੱਚ ਜਾਰੀ ਰੱਖਿਆ, ਜਿੱਥੇ ਉਨ੍ਹਾਂ ਦੇ ਸਹਿਧਰਮੀਆਂ ਦੀ ਅਧਿਕਤਾ ਕਾਰਨ ਉਨ੍ਹਾਂ ਵਿੱਚ ਸੁਰੱਖਿਆ ਦਾ ਅਹਿਸਾਸ ਸੀ। ਅਗਸਤ ਵਿੱਚ ਫਸਾਦ ਗ੍ਰਹਿ ਯੁੱਧ ਦਾ ਰੂਪ ਧਾਰ ਗਏ। ਲੋਕਾਂ ਨੇ ਆਪਣਾ ਸਮਾਨ ਫਿਰ ਬੰਨ੍ਹਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਗੂਆਂ ਦੇ ਅਗਲੇ ਹੁਕਮ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ, ਦੋਵੇਂ ਹੀ ਵੰਡ ਯੋਜਨਾ ਦੇ ਮੋਢੀ ਨੇ, ਪਹਿਲਾਂ ਤਾਂ ਪੱਛਮੀ ਪੰਜਾਬ ਦੇ ਸਿੱਖਾਂ ਨੂੰ ਜਿੱਥੇ-ਜਿੱਥੇ ਉਹ ਹਨ ਉੱਥੇ ਟਿਕੇ ਰਹਿਣ ਦੀ ਨਸੀਹਤ ਕੀਤੀ ਤੇ ਪਾਕਿਸਤਾਨ ਨਾਲ ਸਮਝੌਤਾ ਕਰਨ ਲਈ ਕਿਹਾ। ਮਹਾਤਮਾ ਗਾਂਧੀ ਨੇ ਉਹੋ ਜਿਹੀਆਂ ਅਪੀਲਾਂ ਪੂਰਬੀ ਪੰਜਾਬ ਦੇ ਮੁਸਲਮਾਨਾਂ ਨੂੰ ਭਾਰਤ ਵਿੱਚ ਟਿਕੇ ਰਹਿਣ ਲਈ ਕੀਤੀਆਂ, ਪਰ ਸੂਬੇ ਵਿੱਚ ਜੋ ਹਿੰਸਾ ਦੀ ਲਹਿਰ ਫੈਲੀ ਹੋਈ ਸੀ, ਉਸ ਨੇ ਪਾਕਿਸਤਾਨ ਦੇ ਹਿੰਦੂਆਂ ਸਿੱਖਾਂ ਨੂੰ ਹਿੰਦੁਸਤਾਨ ਆਉਣ ਲਈ ਤੇ ਪੂਰਬੀ ਪੰਜਾਬ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਜਾ ਕੇ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ। ਦੁਵੱਲੀ ਆਵਾਜਾਈ ਬੜੀ ਵੱਡੀ ਪੱਧਰ 'ਤੇ ਸ਼ੁਰੂ ਹੋ ਗਈ। ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਸੈਨਿਕ ਨਿਵਾਸ ਸੰਸਥਾ ਕਾਇਮ ਕਰ ਦਿੱਤੀ ਗਈ। ਪਾਕਿਸਤਾਨੀ ਪੰਜਾਬ ਤੋਂ ਭਾਰਤੀ ਪੰਜਾਬ ਆਉਣ ਲਈ 4 ਮੁੱਖ ਰਾਹ ਸਨ: ਨਾਰੋਵਾਲ, ਡੇਰਾ ਬਾਬਾ ਨਾਨਕ, ਲਾਹੌਰ, ਅੰਮ੍ਰਿਤਸਰ, ਕਸੂਰ, ਫਿਰੋਜ਼ਪੁਰ ਤੇ ਮਿੰਟਗੁਮਰੀ, ਫਾਜ਼ਿਲਕਾ। ਸਨਿਕ ਨਿਕਾਸ ਸੰਸਥਾ ਤੇ ਸੀਮਾ ਸੈਨਾ ਨੇ ਵਿਰੋਧੀ ਦਿਸ਼ਾਵਾਂ 'ਚੋਂ ਆ ਰਹੇ ਕਾਫ਼ਲਿਆਂ ਦੀ ਟੱਕਰ ਘਟਾਉਣ ਦੀ ਤੇ ਰਾਹਾਂ ਵਿੱਚ ਉਨ੍ਹਾਂ ਉੱਪਰ ਗੁੰਡਿਆਂ ਦੇ ਹਮਲੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਭਾਰਤੀ ਸਰਕਾਰ ਨੇ ਗੈਰ ਮੁਸਲਿਮ ਸ਼ਰਨਾਰਥੀਆਂ ਲਈ ਕੈਂਪ ਲਾਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੁਰੂਕਸ਼ੇਤਰ ਵਿੱਚ ਸੀ। ਅਕਤੂਬਰ 1947 ਵਿੱਚ ਪੱਛਮੀ ਪੰਜਾਬ ਵਿੱਚੋਂ ਭਾਰਤੀ ਕੈਂਪਾਂ 'ਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 72 ਲੱਖ ਤੋਂ ਉੱਪਰ ਸੀ। ਨਵੀਆਂ ਸਰਕਾਰਾਂ ਨੂੰ ਸਮੱਸਿਆ ਦੀ ਅਸਲੀਅਤ ਤੇ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਸੀ ਕਿ ਇਹ ਹਿਜਰਤ ਪੱਕੀ ਸੀ ਜਾਂ ਕਿ ਲੋਕ ਆਪਣੇ ਜੱਦੀ ਘਰਾਂ ਨੂੰ ਮੁੜ ਜਾਣਗੇ। ਇਸ ਅਨਿਸ਼ਚਿਤਤਾ ਦੇ ਵਿੱਚ ਹੀ ਭਾਰਤੀ ਹਾਕਮਾਂ ਨੇ ਪੁਨਰਵਾਸ ਦੇ ਕਾਰਜ ਨੂੰ ਹੱਲ ਕਰਨ ਲਈ ਪ੍ਰਸ਼ੰਸਾਯੋਗ ਫੁਰਤੀ ਦਿਖਾਈ। 8,000 ਪਟਵਾਰੀ ਤੇ ਹੋਰ ਪੇਂਡੂ ਕਰਮਚਾਰੀਆਂ 'ਤੇ ਆਧਾਰਿਤ ਅਮਲੇ ਦਾ ਪੁਨਰਵਾਸ ਵਿਭਾਗ ਜਲੰਧਰ ਵਿੱਚ ਕਾਇਮ ਕਰ ਦਿੱਤਾ ਗਿਆ। ਇਸ ਸਮੱਸਿਆ ਨਾਲ ਨਜਿੱਠਣ ਲਈ 2 ਜਵਾਨ ਸਿਵਲ ਅਧਿਕਾਰੀ ਤਰਲੋਕ ਸਿੰਘ ਤੇ ਮਹਿੰਦਰ ਸਿੰਘ ਰੰਧਾਵਾ ਨਿਯੁਕਤ ਕਰ ਦਿੱਤੇ ਗਏ। ਤਰਲੋਕ ਸਿੰਘ ਨੇ ਭੂਮੀ ਪੁਨਰਵਾਸ ਕਿਤਾਬਚਾ ਤਿਆਰ ਕੀਤਾ, ਜਿਸ ਵਿੱਚ ਅਪਣਾਈ ਜਾਣ ਵਾਲੀ ਨੀਤੀ ਦੀ ਰੂਪ-ਰੇਖਾ ਸੀ। ਸਰਕਾਰ ਨੇ ਮੁਸਲਮਾਨ ਹਿਜਰਤਕਾਰਾਂ ਦੇ ਘਰਾਂ 'ਤੇ ਅਧਿਕਾਰ ਕਰ ਲਿਆ। ਸੀਮਾ ਪਾਰ ਤੋਂ ਆ ਰਹੇ ਹਿੰਦੂ ਸਿੱਖ ਸ਼ਰਨਾਰਥੀਆਂ ਤੇ ਜੋ ਪਹਿਲਾਂ ਹੀ ਸ਼ਰਨਾਰਥੀ ਕੈਂਪ ਵਿੱਚ ਸਨ, ਉਨ੍ਹਾਂ ਨੂੰ ਪਿੰਡ ਤੇ ਸ਼ਹਿਰ ਸਪਸ਼ਟ ਰੂਪ ਵਿੱਚ ਨਿਸ਼ਚਿਤ ਕਰ ਦਿੱਤੇ ਗਏ। ਹਰ ਪਰਿਵਾਰ ਨੂੰ ਬਿਨਾਂ ਇਹ ਵਿਚਾਰੇ ਕਿ ਪਾਕਿਸਤਾਨ ਵਿੱਚ ਉਹ ਕਿੰਨੀ ਜ਼ਮੀਨ ਛੱਡ ਆਇਆ ਸੀ, 10 ਕਿੱਲਿਆਂ ਦੀ ਜੋਤ
ਅਲਾਟ ਕਰ ਦਿੱਤੀ ਗਈ ਤੇ ਬੀਜ ਤੇ ਖੇਤੀ ਦੇ ਸੰਦ ਖਰੀਦਣ ਲਈ ਕਰਜ਼ੇ ਦਿੱਤੇ ਗਏ। ਸਿਆਲ ਦੀ ਫਸਲ ਇਕੱਠੀ ਕਰਨ ਤੱਕ ਸਪਸ਼ਟ ਹੋ ਗਿਆ ਕਿ ਵਸੋਂ ਦਾ ਇਹ ਤਬਾਦਲਾ ਪੱਕਾ ਸੀ। ਕੱਚੀਆਂ ਅਲਾਟ ਹੋਈਆਂ ਜ਼ਮੀਨਾਂ ਪੱਕੀਆਂ ਕਰ ਦਿੱਤੀਆਂ ਗਈਆਂ ਤੇ ਜੋ ਕੁਝ ਮੁਸਲਮਾਨ ਛੱਡ ਗਏ ਸਨ ਉਸ ਨਾਲ ਹੀ ਸ਼ਰਨਾਰਥੀਆਂ ਦਾ ਘਾਟਾ ਪੂਰਾ ਕੀਤਾ ਗਿਆ, ਭਾਵ ਮੁਜਰਾਈ ਦਿੱਤੀ ਗਈ। ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਪੱਛਮੀ ਪੰਜਾਬ ਤੇ ਉੱਤਰ ਪੱਛਮੀ ਸੀਮਾ ਪ੍ਰਾਂਤ ਤੋਂ ਆਏ ਹੋਏ ਹਿੰਦੂਆਂ ਸਿੱਖਾਂ ਦੀ ਗਿਣਤੀ ਪੰਜਾਬ 'ਚੋਂ ਗਏ ਮੁਸਲਮਾਨਾਂ ਤੋਂ ਸਿਰਫ ਜ਼ਿਆਦਾ ਹੀ ਨਹੀਂ ਸੀ ਜੋ 42,86,755 ਦੇ ਮੁਕਾਬਲੇ 43,51,477 ਸੀ, ਸਗੋਂ ਮੁਸਲਮਾਨ ਜੋ ਜ਼ਮੀਨ ਛੱਡ ਕੇ ਗਏ ਸਨ ਉਹਦੇ ਟਾਕਰੇ ਤੇ ਹਿੰਦੂ ਸਿੱਖ 67 ਲੱਖ ਏਕੜ ਵਧੀਆ ਕਿਸਮ ਦੀ ਜ਼ਮੀਨ ਛੱਡ ਕੇ ਆਏ ਸਨ। ਇਸ ਦੇ ਨਾਲ ਇਹ ਮੁਸ਼ਕਿਲ ਵੀ ਸੀ ਕਿ ਕਰਨਾਲ ਵਰਗੇ ਕਈ ਜ਼ਿਲ੍ਹਿਆਂ ਵਿੱਚ ਮੁਸਲਮਾਨਾਂ ਦੀ ਮਾਲਕੀ ਦੀ ਜ਼ਮੀਨ ਹਿੰਦੂ ਰਾਕਾਂ ਕੋਲ ਸੀ ਜੋ ਕੁਦਰਤੀ ਹੀ ਸ਼ਰਨਾਰਥੀਆਂ ਨੂੰ ਦੇਣ ਲਈ ਤਿਆਰ ਨਹੀਂ ਸਨ। ਤਰਲੋਕ ਸਿੰਘ ਨੇ ਸਥਾਈ ਪੁਨਰਵਾਸ ਲਈ ਇੱਕ ਯੋਜਨਾ ਤਿਆਰ ਕੀਤੀ। ਕਿਉਂਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੱਖ-ਵੱਖ ਸੀ, ਉਸ ਨੇ ਬਣਦਾ ਮੁਆਵਜ਼ਾ ਦੇਣ ਲਈ ਸਟੈਂਡਰਡ ਏਕੜਾ ਦਾ ਫਾਰਮੂਲਾ ਅਪਣਾਇਆ, ਜਿਸ ਅਨੁਸਾਰ ਉਹ ਭੂਮੀ ਜੋ 10-11 ਮਣ ਕਣਕ ਪੈਦਾ ਕਰਦੀ ਸੀ ਉਸ ਨੂੰ ਸਟੈਂਡਰਡ ਏਕੜ ਕਰਾਰ ਦੇ ਦਿੱਤਾ ਗਿਆ। ਇੱਕ ਸਟੈਂਡਰਡ ਏਕੜ ਨੂੰ 1 ਰੁਪਏ ਦੇ ਬਰਾਬਰ ਮਿਥਿਆ ਗਿਆ ਤੇ ਜ਼ਮੀਨ ਨੂੰ ਸਟੈਂਡਰਡ ਏਕੜ ਦੇ ਭਾਗ ਬਣਾ ਕੇ ਆਨਿਆਂ ਅਨੁਸਾਰ ਵੰਡ ਦਿੱਤਾ ਗਿਆ। ਸਟੈਂਡਰਡ ਏਕੜਾਂ ਦੇ ਹਿਸਾਬ 40 ਲੱਖ ਇਕਾਈਆਂ ਛੱਡ ਕੇ ਅਸੀਂ ਹਿੰਦੂ ਸਿੱਖਾਂ ਦੀ ਭਰਪਾਈ 25 ਲੱਖ ਇਕਾਈਆਂ ਨਾਲ ਕਰਨੀ ਪਈ। ਜ਼ਮੀਨ ਦੀ ਵੰਡ ਨੂੰ ਪੱਖਪਾਤ ਰਹਿਤ ਤੇ ਨਿਆਂ ਉਚਿਤ ਕਰਨ ਲਈ ਦਰਜਾਵਾਰ ਕਟੌਤੀ ਕੀਤੀ ਗਈ, ਜਿਸ ਅਨੁਸਾਰ ਥੋੜ੍ਹੀ ਮਾਲਕੀ ਵਾਲੇ ਜ਼ਮੀਂਦਾਰਾਂ ਨੂੰ ਬਹੁਤ ਘੱਟ ਨੁਕਸਾਨ ਹੋਇਆ ਤੇ ਅਮੀਰ ਜ਼ਿਮੀਂਦਾਰਾਂ ਨੂੰ ਮੁਕਾਬਲਤਨ ਜ਼ਿਆਦਾ ਘਾਟਾ ਝੱਲਣਾ ਪਿਆ। ਵੰਡ ਨਾਲ ਪੰਜਾਬ ਦੇ ਸਿਆਸੀ, ਸਮਾਜਿਕ ਤੇ ਆਰਥਿਕ ਢਾਂਚੇ 'ਚ ਮਹੱਤਵਪੂਰਨ ਤਬਦੀਲੀਆਂ ਵਾਪਰੀਆਂ। ਸਿੱਖ ਜੋ ਬਹੁਤ ਅਮੀਰ ਤਬਕਾ ਸਨ, ਭਾਰਤ ਦੇ ਦੂਸਰੇ ਫਿਰਕਿਆਂ ਦੀ ਪੱਧਰ ਤੇ ਆ ਗਏ। ਇਹ ਗੱਲ ਵਪਾਰਕ ਤੇ ਖੇਤੀ ਕਰਦੇ ਵਰਗਾਂ ਤੇ ਇੱਕੋ ਜਿਹੀ ਲਾਗੂ ਹੋਈ। ਪੱਛਮੀ ਪੰਜਾਬ ਦੇ ਕਿਸਾਨ ਜੋ ਵੱਡੇ-ਵੱਡੇ ਮੁਰੱਬਿਆਂ ਦੇ ਮਾਲਕ ਸਨ, ਉਹ ਪੁਨਰਵਾਸ ਦੀ ਪ੍ਰਕਿਰਿਆ ਅਧੀਨ ਪੂਰਬੀ ਵਿੱਚ ਪੰਜਾਬ 30 ਏਕੜ ਜ਼ਮੀਨ ਦੀ ਵੱਧ ਤੋਂ ਵੱਧ ਹੱਦ ਦਾ ਕਾਨੂੰਨ ਬਣਾਏ ਜਾਣ ਕਾਰਨ ਘਾਟੇ ਵਿੱਚ ਰਹੇ। ਸ਼ਹਿਰੀ ਸਿੱਖਾਂ ਨੂੰ ਕਿਸਾਨਾਂ ਨਾਲੋਂ ਵੀ ਜ਼ਿਆਦਾ ਮਾਰ ਪਈ। ਸਿੱਖ ਜੋ ਸ਼ਹਿਰੀ ਜਾਇਦਾਦ ਪਾਕਿਸਤਾਨ ਵਿੱਚ ਛੱਡ ਕੇ ਆਏ ਸਨ, ਉਨ੍ਹਾਂ ਦੇ ਮੁਕਾਬਲੇ ਮੁਸਲਮਾਨਾਂ ਦੀ ਜਾਇਦਾਦ ਤਾਂ ਬਹੁਤ ਥੋੜ੍ਹੀ ਸੀ। ਇਸ ਤੋਂ ਬਿਨਾਂ ਸਿੱਖ ਵਪਾਰੀ ਨੂੰ ਹਿੰਦੂ ਸ਼ਰਨਾਰਥੀ ਤੇ ਪਹਿਲਾਂ ਤੋਂ ਹੀ ਸਥਾਪਿਤ ਹਿੰਦੂ ਵਪਾਰੀਆਂ ਤੇ ਦੁਕਾਨਦਾਰਾਂ ਦਾ ਮੁਕਾਬਲਾ ਕਰਨਾ ਪੈਂਦਾ ਸੀ। ਜਾਤ-ਪਾਤ ਦੀਆਂ ਹੱਦਾਂ ਵੀ ਘਟ ਗਈਆਂ। 1947 ਵਿੱਚ ਕੱਚੇ ਤੌਰ ਤੇ ਅਲਾਟ ਕੀਤੀ ਇੱਕੋ ਜਿਹੀ ਜ਼ਮੀਨ ਕਾਰਨ ਭੰਗੀ, ਮੋਚੀ, ਘੁਮਿਆਰ ਤੇ ਜੁਲਾਹੇ ਵੀ ਜੱਟ ਤੇ ਰਾਜਪੂਤ ਕਿਸਾਨਾਂ ਦੇ ਬਰਾਬਰ ਦੇ ਪੱਧਰ ਤੇ ਆ ਗਏ। 30 ਏਕੜ ਦੀ ਹੱਦ ਤੇ ਸਾਂਝੀ ਖੇਤੀ ਨੇ ਬਰਾਬਰੀ ਦੇ ਅਮਲ ਵਿੱਚ ਹੋਰ ਤੇਜ਼ੀ ਲਿਆਂਦੀ। ਬਿਪਤਾ ਤੇ ਮੰਦਹਾਲੀ ਦੀਆਂ ਕੁਝ ਕਲਿਆਣਕਾਰੀ ਵਿਸ਼ੇਸ਼ਤਾਵਾਂ ਵੀ ਸਨ। ਭੂਮੀ ਦੀ ਮਾਲਕੀ ਘਟ ਜਾਣ ਕਾਰਨ ਜ਼ਮੀਂਦਾਰ ਜ਼ਮੀਨ ਰਾਕਾਂ ਨੂੰ ਦੇਣ ਦੀ ਥਾਂ ਆਪ ਕਾਸ਼ਤ ਕਰਨ ਲੱਗੇ। ਇਸ ਤਰ੍ਹਾਂ ਬਸੇਵੇਦਾਰੀ ਪ੍ਰਥਾ ਖਤਮ ਹੋ ਗਈ। ਕਿਸਾਨਾਂ ਨੇ ਆਪਣੀ ਬਚਾਈ ਪੂੰਜੀ ਟਰੈਕਟਰ ਖਰੀਦਣ, ਟਿਊਬਵੈੱਲ ਲਾਉਣ ਤੇ ਖੇਤੀ ਦੇ ਨਵੇਂ ਸੰਦ ਅਪਣਾਉਣ ਵਿੱਚ ਲਾਈ। ਪੰਜਾਬ ਵਿੱਚ ਖੇਤੀ ਸਾਹਿਤਕਾਰਤਾ, ਵਧੀਆ ਬੀਜ ਭੰਡਾਰ ਤੇ ਖਾਦ ਗੋਦਾਮ ਆਮ ਹੀ ਹੋ ਗਏ। ਪਸ਼ੂ ਪਾਲਣ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗਾ। ਕਮਿਊਨਿਟੀ ਪ੍ਰੋਜੈਕਟ ਲਹਿਰ ਦੇ ਸ਼ੁਰੂ ਕੀਤੇ ਜਾਣ ਨਾਲ ਮੁੱਢ ਪਿੰਡਾਂ ਵਿੱਚ ਬਣਾਵਟੀ ਢੰਗ ਨਾਲ ਬੀਜ ਸਿੰਚਣ, ਪਸ਼ੂ ਚਿਕਿਤਸਾ ਸੇਵਾਵਾਂ, ਮਾੜੀ ਨਸਲ ਦੇ ਸਾਨਾਂ ਨੂੰ ਖੱਸੀ ਕਰਨਾ ਤੇ ਦੁੱਧ ਵਪਾਰ ਆਮਦਨ ਦੇ ਚੰਗੇ ਸਾਧਨ ਬਣ ਗਏ। ਇੱਕ ਹੋਰ ਨਵਾਂ ਧੰਦਾ ਮੁਰਗੀ ਪਾਲਣ ਦਾ ਸ਼ੁਰੂ ਹੋ ਗਿਆ, ਜਿਸ ਨੂੰ ਪਹਿਲਾਂ ਅਣਗੌਲਿਆ ਕੀਤਾ ਜਾਂਦਾ ਸੀ।
ਬਹੁਤ ਸਾਰੇ ਕਿਸਾਨਾਂ ਨੇ ਵਿਦੇਸ਼ਾਂ ਵਿੱਚ ਆਯਾਤ ਕੀਤੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ। ਇਹਨਾਂ ਸਾਰੇ ਖੇਤੀ ਸਹਿਧੰਦਿਆਂ ਵਿੱਚ ਸਿੱਖ ਕਿਸਾਨ ਨੇ ਅਗਵਾਈ ਕੀਤੀ। ਕੁਝ ਹੀ ਸਾਲਾਂ ਵਿੱਚ ਪੂਰਬੀ ਪੰਜਾਬ ਘਾਟੇ ਦੀ ਥਾਂ 'ਤੇ ਵਾਫਰ ਤੇ ਅਧਿਕਤਾ ਦਾ ਖੇਤਰ ਬਣ ਗਿਆ। ਪੰਜਾਬ ਦੇ ਕਿਸਾਨਾਂ ਦਾ ਪ੍ਰਭਾਵ ਪੰਜਾਬ ਬਾਹਰੋਂ ਵੀ ਮਹਿਸੂਸ ਕੀਤਾ ਜਾਣ ਲੱਗਾ। ਜ਼ਮੀਨ ਦੀ ਥੁੜ ਕਾਰਨ ਬਹੁਤ ਸਾਰੇ ਕਿਸਾਨ ਉੱਤਰ ਪ੍ਰਦੇਸ਼ ਦੇ ਮਲੇਰੀਏ ਵਾਲੇ ਤਰਾਈ ਖੇਤਰ ਤੇ ਮੱਧ ਪ੍ਰਦੇਸ਼ ਦੇ ਤੇ ਰਾਜਸਥਾਨ ਦੇ ਝਾੜ ਬੂਟ ਵਾਲੇ ਖੇਤਰਾਂ ਵਿੱਚ ਵਸਾਏ ਗਏ। ਸਿੱਖ ਸ਼ਰਨਾਰਥੀਆਂ ਨੇ ਆਪਣੇ ਵੱਡ ਵਡੇਰਿਆਂ ਵਾਂਗ ਜੰਗਲ ਸਾਫ਼ ਕਰਕੇ ਬੰਜਰ ਜ਼ਮੀਨਾਂ ਨੂੰ ਵਾਹੀ ਯੋਗ ਬਣਾ ਕੇ ਆਪਣੀ ਹਿੰਮਤ ਦਿਖਾਈ। ਸਿੱਖ ਵਪਾਰੀ ਜਮਾਤਾਂ ਨੇ ਵੀ ਕਿਸਾਨਾਂ ਵਾਂਗ ਹੀ ਆਪਣੇ ਕਿੱਤੇ ਵਿੱਚ ਪੁਨਰ ਸਥਾਪਿਤ ਹੋ ਕੇ ਉਹ ਹਿੰਮਤ ਦਿਖਾਈ। ਬਹੁਤ ਸਾਰੇ ਅਤਿਅੰਤ ਗਰੀਬ ਹੋ ਗਏ। ਅਮੀਰ ਦੁਕਾਨਦਾਰਾਂ ਨੂੰ ਗਲੀਆਂ ਵਿੱਚ ਫੇਰੀਆਂ ਲਾ ਲਾ ਕੇ ਮਾਲ ਵੇਚਣ ਤੋਂ ਆਪਣਾ ਕੰਮ ਨਵੇਂ ਸਿਰਿਓਂ ਸ਼ੁਰੂ ਕਰਨਾ ਪਿਆ। ਲੜਕੀਆਂ ਨੇ ਟਾਂਗੇ ਚਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਛੋਟੇ ਭਰਾਵਾਂ ਨੇ ਬੂਟ ਪਾਲਿਸ਼ ਕਰਨ ਦਾ ਧੰਦਾ ਅਪਣਾਇਆ। ਪਰ ਕਦੇ ਵੀ ਸਿੱਖ ਆਦਮੀ ਇਸਤਰੀ ਜਾਂ ਬੱਚਾ ਗਲੀਆਂ ਵਿੱਚ ਮੰਗਦਾ ਨਹੀਂ ਵੇਖਿਆ ਗਿਆ ਤੇ ਇੱਕ ਵਾਰ ਫਿਰ ਸਿੱਖਾਂ ਨੂੰ ਆਪਣੇ ਹਮਵਤਨਾਂ ਤੋਂ ਸਿਦਕੀ ਤੇ ਸਿਰੜੀ ਹੋਣ ਦਾ ਮਾਣ ਸਤਿਕਾਰ ਮਿਲਿਆ। ਸਿੱਖਾਂ ਦੀ ਰਾਜਸੀ ਨੁਹਾਰ ਵਿੱਚ ਤਬਦੀਲੀ ਵੀ ਮਹੱਤਵਪੂਰਨ ਸੀ। ਨਿਕਾਸ ਨਾਲ ਪੱਛਮੀ ਪੰਜਾਬ ਦੇ ਸਿੱਖ ਨੇਤਾਵਾਂ ਦੇ ਸਮਰਥਕਾਂ ਦੇ ਖਿੰਡ-ਪੁੰਡ ਜਾਣ ਨਾਲ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋ ਗਈ। ਮਾਸਟਰ ਤਾਰਾ ਸਿੰਘ ਦੀ ਲੋਕਾਂ ਵਿੱਚ ਪਕੜ ਬਣੀ ਰਹੀ ਕਿਉਂਕਿ ਉਹ ਦੁਖਿਆਰੇ ਸ਼ਰਨਾਰਥੀਆਂ ਦਾ ਬੁਕਾਲਾ ਬਣ ਗਿਆ ਸੀ। ਪਰੰਤੂ ਦੂਸਰੇ ਜਿਵੇਂ ਗਿਆਨੀ ਕਰਤਾਰ ਸਿੰਘ ਤੇ ਸ਼ਹਿਰੀ ਗੈਰ ਜੱਟ ਜਿਵੇਂ ਉੱਜਲ ਸਿੰਘ ਤੇ ਹੁਕਮ ਸਿੰਘ ਰਾਜ ਕਰ ਰਹੀ ਪਾਰਟੀ ਨਾਲ ਆਪਣੇ ਭਵਿੱਖ ਦੀ ਸੁਰੱਖਿਆ ਲਈ ਸਹਿਯੋਗ ਕਰਨ ਲਈ ਮਜਬੂਰ ਹੋ ਗਏ। ਇਹਨਾਂ ਦੇ ਮੁਕਾਬਲੇ ਪੂਰਬੀ ਪੰਜਾਬ ਦੇ ਜ਼ਿਲ੍ਹਿਆਂ ਦੇ ਸਿਆਸਤਦਾਨ ਵਧੇਰੇ ਸ਼ਕਤੀ ਤੇ ਰੁਤਬੇ ਪ੍ਰਾਪਤ ਕਰ ਗਏ। ਉੱਤਰ ਸੁਤੰਤਰਤਾ ਕਾਲ ਵਿੱਚ ਪ੍ਰਤਾਪ ਸਿੰਘ ਕੈਰੋਂ, ਸਵਰਨ ਸਿੰਘ ਤੇ ਗਿਆਨ ਸਿੰਘ ਰਾੜੇਵਾਲਾ ਨੇਤਾ ਬਣ ਕੇ ਉੱਭਰੇ। ਹਿਜਰਤ ਦਾ ਸਭ ਤੋਂ ਮਹੱਤਵਪੂਰਨ ਪ੍ਰਭਾਵ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਿੱਖਾਂ ਦੀ ਵਸੋਂ ਦਾ ਇਕੱਠੇ ਹੋਣਾ ਸੀ। ਭਾਵੇਂ ਸਿੱਖ ਪ੍ਰਵਾਸੀ ਸਾਰੇ ਭਾਰਤ ਵਿੱਚ ਫੈਲ ਗਏ ਤੇ ਹਜ਼ਾਰਾਂ ਵਿਦੇਸ਼ਾਂ ਵਿੱਚ ਚਲੇ ਗਏ, ਪਰੰਤੂ 3/4 ਸਿੱਖ ਸਿੱਖੀ ਦਾ ਪੰਘੂੜਾ ਮਾਲਵੇ ਵਿੱਚ ਹੀ ਰਹੇ। ਇਹਨਾਂ ਕਾਰਨਾਂ ਕਰਕੇ ਤੇ ਕੁਝ ਹੋਰ ਕਾਰਨਾਂ ਕਰਕੇ ਜਿਨ੍ਹਾਂ ਦਾ ਅਗਲੇ ਕਾਂਡਾਂ ਵਿੱਚ ਜ਼ਿਕਰ ਕੀਤਾ ਗਿਆ ਹੈ, ਸਿੱਖ ਰਾਜ ਦੀ ਮੰਗ ਪੁਨਰ ਸੁਰਜੀਤ ਹੋਈ। ਪੂਰਬੀ ਪੰਜਾਬ ਵਿਧਾਨ ਸਭਾ ਦੇ ਕੁਝ ਸਿੱਖ ਮੈਂਬਰਾਂ ਨੇ ਕਾਨੂੰਨ ਸਾਜ਼ ਅਸੈਂਬਲੀ ਨੂੰ 13 ਮੰਗਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਪੂਰਬੀ ਪੰਜਾਬ ਵਿਧਾਨ ਸਭਾ ਵਿੱਚ 50% ਨੁਮਾਇੰਦਗੀ ਤੇ ਪੰਜਾਬ ਗਵਰਨਰ ਤੇ ਮੁੱਖ ਮੰਤਰੀ ਬਦਲਵੇਂ ਤੌਰ ਤੇ ਹਿੰਦੂ ਸਿੱਖ ਲਏ ਜਾਣ ਦੀ, ਰਾਜ ਸੇਵਾ ਵਿੱਚ 40% ਪ੍ਰਤੀਨਿਧਤਾ, ਕੇਂਦਰੀ ਵਿਧਾਨ ਸਭਾ ਵਿੱਚ 5% ਨੁਮਾਇੰਦਗੀ ਤੇ ਕੇਂਦਰ ਵਿੱਚ ਘੱਟੋ ਘੱਟ ਇੱਕ ਮੰਤਰੀ ਤੇ ਇੱਕ ਉਪ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਗਈ। ਦਸਤਖਤ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਖਰੇ ਰਾਜ ਦੀ ਮੰਗ ਕਰਨਗੇ। ਪੂਰਬੀ ਪੰਜਾਬ ਦੀ ਸਰਕਾਰ ਆਰਜ਼ੀ ਤੌਰ ਤੇ ਸ਼ਿਮਲੇ ਨੂੰ ਰਾਜਧਾਨੀ ਬਣਾ ਕੇ ਕਾਇਮ ਕੀਤੀ ਗਈ। ਸਰ ਚੰਦੂ ਲਾਲ ਤ੍ਰਿਵੇਦੀ ਨੂੰ ਗਵਰਨਰ ਨਿਯੁਕਤ ਕੀਤਾ ਗਿਆ। ਗੋਪੀ ਚੰਦ ਭਾਰਗਵ ਨੂੰ ਭਾਰਤੀ ਪਾਸੇ ਆਏ ਵਿਧਾਨਕਾਰਾਂ ਨੇ ਮੁੱਖ ਮੰਤਰੀ ਚੁਣ ਲਿਆ। 1948 ਵਿੱਚ ਪੰਜਾਬ ਦੀ ਸਿੱਖ ਰਿਆਸਤਾਂ ਤੇ ਮਲੇਰਕੋਟਲਾ ਦੇ ਨਾਲਾਗੜ੍ਹ ਨੂੰ ਮਿਲਾ ਕੇ ਪੈਪਸੂ ਬਣਾ ਦਿੱਤਾ ਗਿਆ। ਮਹਾਰਾਜਾ ਯਾਦਵਿੰਦਰ ਸਿੰਘ, ਜਿਸ ਨੇ ਰਾਜਿਆਂ ਨੂੰ ਭਾਰਤੀ ਸੰਘ ਵਿੱਚ ਮਿਲਣ ਲਈ ਪ੍ਰੇਰਣ ਵਿੱਚ ਮੁੱਖ ਭੂਮਿਕਾ ਨਿਭਾਈ, ਉਸ ਨੂੰ ਰਾਜ ਪ੍ਰਮੁੱਖ ਬਣਾਇਆ ਗਿਆ ਤੇ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ। ਪੈਪਸੂ ਵਿੱਚ ਸਿੱਖਾਂ ਦੀ ਬਹੁਗਿਣਤੀ ਸੀ। ਪੈਪਸੂ ਥੋੜ੍ਹੇ ਤੇ ਅਸਥਿਰ ਸਮੇਂ ਲਈ ਹੀ ਰਿਹਾ। ਇੱਥੇ ਅਕਾਲੀਆਂ ਤੇ ਕਾਂਗਰਸ ਦੀ ਤਾਕਤ ਸਾਂਝੀ ਸੀ। ਗਿਆਨ ਸਿੰਘ ਰਾੜੇਵਾਲਾ ਦੀ ਥਾਂ ਕਾਂਗਰਸ ਵਿਧਾਨਕਾਰ ਰਘਬੀਰ ਸਿੰਘ ਮੁੱਖ ਮੰਤਰੀ ਬਣਿਆ ਤੇ ਉਹਦੀ ਮੌਤ ਪਿੱਛੋਂ ਬ੍ਰਿਸ਼ਭਾਨ ਮੁੱਖ ਮੰਤਰੀ ਬਣਿਆ। ਸਿੱਖ ਵਸੋਂ ਦੇ
ਇੱਕ ਥਾਂ ਇਕੱਤਰਿਤ ਹੋਣ ਕਾਰਨ ਤੇ ਅਕਾਲੀ ਝੁਕਾਵਾਂ ਕਾਰਨ ਸਰਕਾਰ ਨੇ 1956 ਵਿੱਚ ਪੈਪਸੂ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ। 1952 ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਬਹੁਮਤ ਮਿਲ ਗਿਆ। ਭੀਮ ਸੈਨ ਸਚਰ ਮੁੱਖ ਮੰਤਰੀ ਬਣਿਆ। ਉਹਦੀ ਇਸ ਵਜ਼ਾਰਤ ਸਮੇਂ ਪੰਜਾਬ ਦੀ ਨਵੀਂ ਰਾਜਧਾਨੀ ਹਿਮਾਲਾ ਪਰਬਤ ਦੀ ਪੱਬੀ ਵਿੱਚ ਚੰਡੀਗੜ੍ਹ ਵਿਖੇ ਬਣਾਈ ਗਈ। 1956 ਵਿੱਚ ਸਚਰ ਨੂੰ ਹਟਾ ਕੇ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣ ਗਿਆ। 1957 ਤੇ 1962 ਵਿੱਚ ਕਾਂਗਰਸ ਪਾਰਟੀ ਫਿਰ ਚੋਣਾਂ ਜਿੱਤ ਗਈ ਤੇ ਕੈਰੋਂ ਜੂਨ 1964 ਵਿੱਚ ਇਸ ਪਦ ਤੋਂ ਲਾਂਭੇ ਕੀਤੇ ਜਾਣ ਤੱਕ ਬੜੀ ਮਜ਼ਬੂਤੀ ਨਾਲ ਹਕੂਮਤ ਕਰਦਾ ਰਿਹਾ। ਅੱਜ ਅਸੀਂ ਇਸ ਕਿਤਾਬ ਦੇ 284 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।